वाहिगुरु जी का खालसा वाहिगुरु जी की फतेह। दान महिंडा तली खाक जे मिले तां मस्तक लाइए। ये जिहड़ा आसा दी वार दा विशा असीं पिछले दिनां तो विचारदे आ रहे हैं, उहदे विच गल कीती जा रही है साडी हौं दी, साडे अहं दी, कि बंदे नूं किन्नियां किन्नियां तरीकिਆਂ ਦੇ ਨਾਲ ਉਹਦੀ ਹਉਮੈ, ਉਹਦਾ ਹੰਕਾਰ ਤੰਗ ਕਰਦਾ ਹੈ, ਔਰ ਕਿੰਨੇ ਕਿੰਨੇ ਤਰੀਕਿਆਂ ਦੀ ਹਉਮੈ ਦੇ ਵਿੱਚ ਉਹ ਬੰਦਾ ਫਸਿਆ ਹੁੰਦਾ ਹੈ। ਫਿਰ ਜਿਨ੍ਹਾਂ ਚੀਜ਼ਾਂ ਦੇ ਉੱਤੇ ਸਾਡਾ ਮਨ ਲਗਾਤਾਰ ਜੁੜ ਜਾਂਦਾ ਹੈ ਵੀ ਆਹ ਚੀਜ਼ਾਂ ਮੇਰੇ ਕੋਲ ਆ ਜਾਣ ਤੇ ਫਿਰ ਮੇਰੀ ਜ਼ਿੰਦਗੀ ਵਧੀਆ ਹੋ ਸਕਦੀ ਹੈ, ਸੌਖੀ ਹੋ ਸਕਦੀ ਹੈ। ਸਤਿਗੁਰੂ ਕਹਿੰਦੇ ਨੇ ਇਹ ਇੱਦਾਂ ਦੀਆਂ ਚੀਜ਼ਾਂ ਨੇ ਵੀ ਅੱਜ ਸਾਡੇ ਕੋਲ ਹੈ ਨੇ ਤੇ ਕੱਲ੍ਹ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਨਹੀਂ ਹੋਣਗੀਆਂ। ਫਿਰ ਗੁਰੂ ਸਾਹਿਬ ਨੇ ਸਾਨੂੰ ਅੱਗੇ ਇਹ ਗੱਲ ਰੱਖ ਦਿੱਤੀ ਵੀ ਸੱਚ ਵਾਲੀ ਜ਼ਿੰਦਗੀ ਜੀਣੀ ਹੈ ਤੇ ਉਹਦੇ ਲਈ ਕੁਝ ਕੰਮ ਕਰਨਾ ਚਾਹੀਦਾ ਸਾਨੂੰ। ਤੇ ਪਹਿਲੀ ਗੱਲ ਇਹ ਹੈ ਕਿ ਉਹ ਜਿਹੜਾ ਵਿਧਾਨ ਮਹਾਰਾਜ ਨੇ ਬੋਲਿਆ ਕਿ ਸੱਚ ਦੇ ਨੇੜੇ ਕਿੱਦਾਂ ਹੋਣਾ ਹੈ, ਸੱਚ ਵਾਲੀ ਜ਼ਿੰਦਗੀ ਕਿੱਦਾਂ ਜੀਣੀ ਹੈ। ਤੇ ਅਸੀਂ ਕੱਲ੍ਹ ਇੱਥੋਂ ਗੱਲ ਆਪਣੀ ਸਮਾਪਤ ਕੀਤੀ ਸੀ ਕਿ ਜਿੱਥੇ ਸਤਿਗੁਰੂ ਇਹ ਕਹਿੰਦੇ ਨੇ ਸਾਡੇ ਆਲੇ ਦੁਆਲੇ, ਸਾਡੇ ਸਾਹਮਣੇ ਉਹ ਬੰਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਇਸ ਜ਼ਿੰਦਗੀ ਨੂੰ ਜੀਵਿਆ ਹੈ। ਸਾਡੇ ਸਾਹਮਣੇ ਮਤਲਬ ਅਸੀਂ ਕੁਝ ਵੇਖਣਾ ਹੋਵੇ ਵੀ ਜੇ ਗੁਰੂ ਸਾਹਿਬ ਕਹਿੰਦੇ ਵੀ ਜੋ ਲਿਖਿਆ ਪਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ, ਕੁਝ ਬੰਦਿਆਂ ਨੇ ਉੱਦਾਂ ਦੀ ਜ਼ਿੰਦਗੀ ਜੀਵੀ ਹੋਵੇਗੀ, ਸਾਨੂੰ ਉਹਨਾਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਤੇ ਉਹਨਾਂ ਦੀ ਸੰਗਤ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਵੱਲ ਵੇਖ ਵੇਖ ਕੇ ਸਾਨੂੰ ਪਤਾ ਲੱਗੇ ਕਿ ਹਾਂ ਮੈਂ ਵੀ ਇਹਨਾਂ ਦੇ ਵਰਗਾ ਹੋਣਾ ਚਾਹੁੰਦਾ ਹਾਂ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸੰਗਤ ਬਖਸ਼ੀ ਹੈ। ਆਪਾਂ ਇੱਥੋਂ ਗੱਲ ਸ਼ੁਰੂ ਕਰਾਂਗੇ। ਵੇਖੋ ਅੱਜ ਜੋ ਕੁਝ ਹੈ, ਅੱਜ ਕੱਲ੍ਹ ਬੜਾ ਵਧੀਆ ਇਲੈਕਟ੍ਰੋਨਿਕ ਮੀਡੀਆ ਦਾ ਟਾਈਮ ਚੱਲਦਾ ਪਿਆ ਹੈ। ਅੱਜ ਜੋ ਕੁਝ ਇੱਥੇ ਹੋ ਰਿਹਾ ਅਸੀਂ ਘਰ ਦੇ ਵਿੱਚ ਵੀ ਸੁਣ ਸਕਦੇ, ਕਿਉਂਕਿ ਵਿਸ਼ਾ ਧੂੜ ਦਾ ਚੱਲਦਾ ਪਿਆ ਹੈ। ਅਸੀਂ ਘਰ ਦੇ ਵਿੱਚ ਵੀ ਸੁਣ ਸਕਦੇ ਹਾਂ, ਇਸ ਚੀਜ਼ ਨੂੰ ਰਿਕਾਰਡਿੰਗ ਹੋ ਜਾਂਦੀ ਹੈ। ਤੁਸੀਂ ਵੇਖੋ ਕਿੰਨੀ ਵਧੀਆ ਸਹੂਲਤ ਹੈ ਕਿ 10 ਸਾਲ ਪਹਿਲਾਂ ਕੁਝ ਬੋਲਿਆ ਗਿਆ ਹੈ ਉਹ ਅੱਜ ਬਿਲਕੁਲ ਉੱਦਾਂ ਹੀ ਸੁਣਿਆ ਜਾ ਸਕਦਾ ਹੈ। ਪਹਿਲਾਂ ਤਾਂ ਇਹ ਸਹੂਲਤਾਂ ਨਹੀਂ ਸੀ ਬੰਦੇ ਦੇ ਕੋਲ। ਇੱਕ ਵਾਰ ਸੁਣਿਆ, ਬੋਲਿਆ ਗਿਆ, ਸੁਣਿਆ ਗਿਆ, ਠੀਕ ਹੈ, ਬਾਕੀ ਗੱਲ ਖਤਮ ਹੋ ਗਈ। ਅੱਜ ਕੱਲ੍ਹ ਤੁਸੀਂ ਇੱਕੋ ਚੀਜ਼ ਨੂੰ 20 ਵਾਰ 50 ਵਾਰ ਜਿੰਨੀ ਵਾਰ ਸੁਣਨਾ ਚਾਹੋ ਸੁਣ ਸਕਦੇ ਜੇ। ਇਹ ਕਿੰਨਾ ਫਾਇਦਾ ਹੋਇਆ ਇਸ ਚੀਜ਼ ਦਾ। ਪਰ ਇਹ ਕੀ ਹੋ ਜਾਵੇਗਾ, ਸਾਡਾ ਸਿਰਫ ਸੁਣਿਆ ਸੁਣਾਇਆ ਹੈ, ਚਾਹੇ ਅਸੀਂ ਘਰ ਦੇ ਵਿੱਚ ਬੈਠੇ ਸੁਣਦੇ ਪਏ। ਤੇ ਕਿਤੇ ਕਿਤੇ ਫਿਰ ਸਾਡੇ ਮਨ ਦੇ ਵਿੱਚ ਨਾ ਇਹ ਖਿਆਲ ਵੀ ਆਵੇਗਾ ਵੀ ਗੁਰੂ ਸਾਹਿਬ ਜੇ ਕਹਿੰਦੇ ਨੇ ਵੀ ਇੱਦਾਂ ਦੇ ਹੋਣੇ ਚਾਹੀਦਾ ਹੈ, ਇੱਦਾਂ ਦਾ ਬੰਦੇ ਦਾ ਜੀਵਨ ਹੋਣਾ ਚਾਹੀਦਾ ਹੈ, ਤੇ ਕੀ ਵਾਕਿਆ ਹੀ ਬੰਦੇ ਇੱਦਾਂ ਦੇ ਹੁੰਦੇ ਵੀ ਰਹੇ ਨੇ? ਕਿ ਵਾਕਿਆ ਹੀ ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਸੱਚ ਬੋਲਣਾ ਚਾਹੀਦਾ ਹੈ, ਇਮਾਨਦਾਰੀ ਕਰਨੀ ਚਾਹੀਦੀ ਹੈ, ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਜੋ ਵੀ ਅਸੀਂ ਸੁਣਦੇ ਹਾਂ ਗੁਰਦੁਆਰਿਆਂ ਦੇ ਵਿੱਚੋਂ, ਇਹ ਸਾਰਾ ਕੁਝ ਅਸੀਂ ਮੋਬਾਈਲ 'ਤੇ ਸੁਣ ਸਕਦੇ ਹਾਂ। ਪਰ ਖਿਆਲ ਪੈਦਾ ਹੋਵੇਗਾ ਕਿ ਵਾਕਿਆ ਹੀ ਇੱਦਾਂ ਦੇ ਬੰਦੇ ਹੁੰਦੇ ਨੇ। ਉਹਨਾਂ ਦੇ ਵੱਲ ਵੇਖਿਆ ਕਿੱਥੇ ਜਾਵੇ? ਤੇ ਉਹਨਾਂ ਵੱਲ ਵੇਖਿਆ ਜਾਂਦਾ ਹੈ ਸੰਗਤ ਦੇ ਵਿੱਚ ਆ ਕੇ। ਹੋਰ ਸੰਗਤ ਕੀ ਹੈ? ਮੈਨੂੰ ਮਾਫ਼ ਕਰਿਓ, ਸੰਗਤ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੌਣ ਕੌਣ ਬੈਠੇ ਹਾਂ। ਸੰਗਤ ਦਾ ਮਤਲਬ ਹੀ ਇਹ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੰਗਤ ਦਾ ਮਤਲਬ ਹੀ ਇਹ ਹੈ ਵੀ ਜਿਹੜੇ ਮੇਰੇ ਨਾਲੋਂ ਉੱਚੇ ਨੇ। ਭਾਵੇਂ ਕਿ ਇਸ ਟਾਈਮ ਮੈਂ ਬੋਲਦਾ ਪਿਆ ਹਾਂ, ਮੈਂ ਕਈ ਵਾਰ ਇਸ ਗੱਲ ਨੂੰ ਬੋਲਦਾ ਹੁੰਦਾ ਕਿ ਮੈਂ ਬਹੁਤ ਲੰਮਾ ਚੌੜਾ ਕੋਈ ਲੈਕਚਰ ਬੋਲ ਕੇ ਹਟਿਆ ਹੋਵਾਂ ਅਤੇ ਕਿਸੇ ਵੇਲੇ ਸਟੇਜ ਤੋਂ ਉਤਰਦਿਆਂ ਕੋਈ ਬੱਚਾ, ਕੋਈ ਵੱਡੀ ਉਮਰ ਵਾਲਾ ਬੰਦਾ ਇੱਦਾਂ ਦੀ ਗੱਲ ਕਰ ਦਿੰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਹਾਂ ਕਿ ਮੇਰਾ 45 ਮਿੰਟ ਬੋਲਿਆ ਜਿਹੜਾ ਹੈ ਨਾ, ਉਹਦੇ ਨਾਲੋਂ ਉਹ 1-2 ਸੈਕਿੰਡ ਦੀ ਗੱਲ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ, ਉਹ ਜ਼ਿਆਦਾ ਮੇਨ ਹੋ ਜਾਂਦੀ ਹੈ। ਕਿਉਂ? ਕਿਉਂਕਿ ਸਿੱਖਣ ਦੇ ਲਈ ਦਿਮਾਗ ਅਤੇ ਕੰਨ ਦੋਵੇਂ ਖੋਲ੍ਹ ਕੇ ਰੱਖੇ ਹੋਏ ਨੇ। ਇਸ ਕਰਕੇ ਨਹੀਂ ਕਿ ਮੈਂ ਕਹਾਂ ਮੈਂ ਤਾਂ ਸੁਣਾਉਂਦਾ ਹਾਂ ਅਤੇ ਮੈਨੂੰ ਕੀ ਲੋੜ ਹੈ ਕਿਸੇ ਦੇ ਕੋਲੋਂ ਗੱਲ ਸਿੱਖਣ ਦੀ। ਸੰਗਤ ਇਸ ਕਰਕੇ ਹੈ ਵੀ ਜੇਕਰ ਕਿਸੇ ਵੀ ਬੰਦੇ ਦੇ ਅੰਦਰੋਂ ਮੈਨੂੰ ਆਪਣੇ ਨਾਲੋਂ ਜ਼ਿਆਦਾ ਪਲੱਸ ਪੁਆਇੰਟ ਨਜ਼ਰ ਆਉਂਦਾ ਹੈ, ਚੰਗੀ ਗੱਲ ਨਜ਼ਰ ਆਉਂਦੀ ਹੈ, ਅਤੇ ਮੇਰਾ ਖਿਆਲ ਇਹੋ ਹੀ ਹੈ ਵੀ ਮੈਂ ਉਹਦੇ ਵਰਗਾ ਬਣਨਾ ਹੈ, ਉਹਦੇ ਵਰਗਾ ਬਣਨਾ ਹੈ।
ਜਦੋਂ ਅਸੀਂ ਉਹਦੇ ਵਰਗਾ ਬਣ ਜਾਵਾਂਗੇ ਸਾਨੂੰ ਆਪਣੇ ਆਪ ਹੀ ਉਹਦੇ ਤੋਂ ਵੀ ਅੱਗੇ ਨਜ਼ਰ ਆ ਜਾਵੇਗਾ। ਸਿੱਧੀ ਜੀ ਗੱਲ ਹੈ। ਹੁਣ ਇੱਥੇ ਬੈਠੇ ਹਾਂ, ਇੱਥੇ ਬੈਠਿਆਂ ਨੂੰ ਸਾਨੂੰ ਅੰਮ੍ਰਿਤਸਰ ਨਜ਼ਰ ਤਾਂ ਨਹੀਂ ਆ ਰਿਹਾ, ਪਰ ਜੇ ਤੁਰ ਪਵਾਂਗੇ ਤਾਂ ਫਿਰ ਹੌਲੀ ਹੌਲੀ ਉਹ ਵੀ ਨਜ਼ਰ ਆ ਜਾਵੇਗਾ। ਇੰਨਾ ਕੁ ਫਰਕ ਹੈ। ਪਹਿਲਾਂ ਅਸੀਂ ਆ ਜਿਹੜੇ ਆਮ ਨੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼, ਫਿਰ ਆਮ ਦੇ ਵਿੱਚੋਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਵੀ ਕਿਹੜੇ ਬੰਦੇ ਆਮ ਜਿਹੀ ਹਾਲਤ ਦੇ ਨਾਲੋਂ ਵੀ ਉੱਚੇ ਨੇ, ਫਿਰ ਅਸੀਂ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਕਰਾਂਗੇ। ਮੈਂ ਗੱਲ ਇੱਥੋਂ ਸ਼ੁਰੂ ਕੀਤੀ ਹੈ ਕਿ ਆਹ ਸਾਰੀਆਂ ਗੱਲਾਂ ਅਸੀਂ ਮੋਬਾਈਲ ਤੋਂ ਬੈਠੇ ਸੁਣ ਸਕਦੇ ਹਾਂ, ਸੁਣਦੇ ਵੀ ਹਾਂ, ਪਰ ਪ੍ਰੋਬਲਮ ਇਹ ਹੈ ਮੋਬਾਈਲ ਦੀ ਜਿਹੜੀ ਸੰਗਤ ਹੈ ਨਾ, ਉਹ ਤਾਂ ਸਾਡੇ ਲਈ ਇੱਦਾਂ ਦਾ ਹਾਲ ਹੈ ਕਿ ਮੰਨ ਲਓ ਫੇਸਬੁੱਕ 'ਤੇ ਕਥਾ ਚੱਲਦੀ ਪਈ ਹੈ ਅਤੇ ਜਦੋਂ ਮੇਰੇ ਸਾਹਮਣੇ ਆ ਗਈ ਅਤੇ ਮੈਂ 2-4 ਮਿੰਟ ਸੁਣ ਲਈ ਹੈ, ਮਾੜਾ ਜਿਹਾ ਅੰਗੂਠੇ ਦੇ ਨਾਲ ਉਹਨੂੰ ਸਵਾਈਪ ਕੀਤਾ ਅਤੇ ਥੱਲੇ ਕੋਈ ਇੱਦਾਂ ਦਾ ਗਾਣਾ ਆ ਗਿਆ ਜਿਹਨੇ ਪਹਿਲੀ ਕੀਤੀ ਕਥਾ ਦਾ ਵੀ ਸਾਰਾ ਅਸਰ ਖਤਮ ਕਰਕੇ ਰੱਖ ਦਿੱਤਾ। ਤੁਸੀਂ ਵੇਖਦੇ ਹੀ ਜੀ। ਅਤੇ ਇੱਕ ਵੇਲੇ ਤੁਸੀਂ ਰੱਬ ਦੀ ਗੱਲ ਵਾਹਿਗੁਰੂ ਪੜ੍ਹ ਲਿਆ, ਅਗਲੀ ਪੋਸਟ ਦੇ ਵਿੱਚ ਤੁਸੀਂ ਪਤਾ ਨਹੀਂ ਕੀ ਪੜ੍ਹ ਲਵੋਗੇ। ਸੰਗਤ ਇਸ ਕਰਕੇ ਕੀਤੀ ਜਾਂਦੀ ਆ ਵੀ ਮੈਨੂੰ ਉਹਨਾਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋਣ ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਗੁਰਬਾਣੀ ਨੂੰ ਕਮਾ ਲਿਆ ਹੈ ਜ਼ਿੰਦਗੀ ਦੇ ਵਿੱਚ। ਨਹੀਂ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ 'ਤੇ ਵੀ ਲਿਖੀਆਂ ਜਾ ਸਕਦੀਆਂ ਨੇ, ਇੱਥੋਂ ਬੰਦਿਆਂ ਦਾ ਜੀਵਨ ਬੋਲਦਾ ਹੈ ਸੰਗਤ ਦੇ ਵਿੱਚ ਰਹਿਣ ਵਾਲਿਆਂ ਦਾ। ਗੁਰੂ ਸਾਹਿਬ ਨੇ ਉਹ ਗੱਲ ਕਹੀ ਹੈ। ਆਪਾਂ ਇੱਕ ਨਾ ਤੁਸੀਂ ਮੱਥਾ ਟੇਕ ਕੇ ਆਉਂਦੇ ਜੇ ਗੁਰਦੁਆਰੇ ਅੰਦਰ, ਅਤੇ ਦਰਵਾਜ਼ੇ ਦੇ ਉੱਤੇ ਕਈ ਸੰਗਤਾਂ ਬਾਹਰ ਮੇਨ ਗੇਟ ਦੇ ਉੱਤੇ ਜਦੋਂ ਅਸੀਂ ਅੰਦਰ ਐਂਟਰ ਹੁੰਦੇ ਹਾਂ ਗੁਰਦੁਆਰਾ ਸਾਹਿਬ ਦੇ, ਅਤੇ ਵੇਖੋ ਜ਼ਮੀਨ ਦੇ ਉੱਤੇ ਹੱਥ ਲਾ ਕੇ ਅਤੇ ਉਹ ਧੂੜੀ ਲੈ ਕੇ ਅਤੇ ਮੱਥੇ ਦੇ ਉੱਤੇ ਲਾਉਂਦੇ ਨੇ। ਇਹ ਕਿੱਥੋਂ ਗੱਲ ਸ਼ੁਰੂ ਹੋਈ ਹੈ? ਇਹ ਕੋਈ ਨਵੀਂ ਗੱਲ ਨਹੀਂ ਹੈ। ਨਵਿਆਂ ਨੂੰ ਤਾਂ ਯਕੀਨ ਹੀ ਨਹੀਂ ਹੈ ਇਹਨਾਂ ਗੱਲਾਂ ਦੇ ਉੱਤੇ। ਉਹ ਤਾਂ ਕਹਿੰਦੇ ਨੇ ਵੀ ਇਹ ਤਾਂ ਗੱਲਾਂ ਐਵੇਂ ਬਣਾ ਦਿੱਤੀਆਂ ਗਈਆਂ ਨੇ, ਕੋਈ ਫਾਇਦਾ ਥੋੜ੍ਹਾ ਇਹਨਾਂ ਗੱਲਾਂ ਦਾ। ਪਰ ਇਹ ਗੱਲ ਸ਼ੁਰੂ ਕਿੱਥੋਂ ਹੋਈ ਹੈ? ਇਹ ਗੱਲ ਸ਼ੁਰੂ ਅਸਲ ਦੇ ਵਿੱਚ ਇੱਥੋਂ ਹੋਈ ਸੀ। ਆਪਾਂ ਇਸੇ ਪੰਕਤੀ ਦੇ ਵੱਲ ਆਉਣਾ ਹੈ। ਇਹ ਗੱਲ ਸ਼ੁਰੂ ਹੁੰਦੀ ਹੈ ਇਸ ਗੱਲ ਦੇ ਉੱਤੋਂ ਵੀ ਜਦੋਂ ਅਸੀਂ ਗੁਰਦੁਆਰੇ ਮੱਥਾ ਟੇਕਣ ਆਉਂਦੇ ਹਾਂ ਅਤੇ ਸੁਭਾਵਿਕ ਜੀ ਗੱਲ ਹੈ ਵੀ ਮੇਰੇ ਤੋਂ ਪਹਿਲਾਂ 10 ਜਣੇ ਬੈਠੇ ਨੇ, 15 ਜਣੇ ਬੈਠੇ ਨੇ, ਉਹਨਾਂ ਦੇ ਕਦਮ ਉਸ ਫਰਸ਼ ਦੇ ਉੱਪਰ ਪਏ ਨੇ ਜਿਹੜੇ ਫਰਸ਼ ਤੋਂ ਮੈਂ ਅਜੇ ਪਿੱਛੇ ਹਾਂ, ਅਜੇ ਮੈਂ ਪਿੱਛੇ ਹਾਂ। ਜਦੋਂ ਮੈਂ ਐਂਟਰ ਹੋਵਾਂਗਾ ਨਾ ਅਤੇ ਮੈਂ ਉਸ ਥਾਂ ਦੇ ਉੱਤੇ ਜਿੱਥੇ ਉਹਨਾਂ ਦੇ ਕਦਮ ਪਏ ਹੋਏ ਨੇ, ਮੈਂ ਉਸ ਥਾਂ ਦੇ ਉੱਤੇ ਉੱਥੋਂ ਧੂੜ ਲੈ ਕੇ ਉਹਨਾਂ ਦੇ ਜਿੱਥੇ ਉਹਨਾਂ ਦੇ ਕਦਮ ਪਏ ਨੇ, ਜਿੱਥੇ ਉਹਨਾਂ ਦੇ ਪੈਰ ਪਏ ਹੋਏ ਨੇ, ਮੈਂ ਉੱਥੋਂ ਧੂੜ ਲੈ ਕੇ ਅਤੇ ਆਪਣੇ ਮੱਥੇ 'ਤੇ ਇਸ ਕਰਕੇ ਲਾ ਲਈ ਹੈ ਵੀ ਜਿਹੜੇ ਅੰਦਰ ਬੈਠੇ ਹੋਏ ਨੇ ਨਾ, ਮੈਂ ਉਹਨਾਂ ਤੋਂ ਆਪਣੇ ਆਪ ਨੂੰ ਨੀਵਾਂ ਮੰਨਦਾ ਹਾਂ। ਇਹਨੂੰ ਫਿਰ ਸਮਝ ਲੈਣਾ। ਠੀਕ ਹੈ, ਸਾਡੇ ਵਿੱਚ ਇੱਥੇ ਜਦੋਂ ਅਸੀਂ ਬੈਠ ਜਾਂਦੇ ਹਾਂ, ਕਿਸੇ ਨੂੰ ਜ਼ਿਆਦਾ ਆਉਂਦਾ ਹੋਵੇਗਾ, ਕਿਸੇ ਨੂੰ ਘੱਟ ਆਉਂਦਾ ਹੋਵੇਗਾ, ਕੋਈ 10 ਸਾਲਾਂ ਤੋਂ ਆ ਰਿਹਾ ਹੋਵੇਗਾ, ਕੋਈ ਨਵਾਂ ਆਉਣਾ ਸ਼ੁਰੂ ਹੋਇਆ ਹੋਵੇਗਾ। ਪਰ ਜਦੋਂ ਸੰਗਤ ਦੇ ਵਿੱਚ ਆਉਣਾ ਹੈ ਅਤੇ ਉਸ ਥਾਂ ਦੇ ਉੱਤੇ ਮੱਥਾ ਟੇਕਣ ਦਾ, ਧੂੜ ਲੈਣ ਦਾ ਇੱਕ ਭਾਵ ਇਹ ਹੁੰਦਾ ਹੈ ਵੀ ਜਿਹੜੇ ਅੱਗੇ ਬੈਠੇ ਹੋਏ ਨੇ ਨਾ, ਇਹ ਸਾਰੇ ਮੇਰੇ ਸਤਿਕਾਰਯੋਗ ਨੇ, ਇਹ ਸਾਰੇ ਮੇਰੇ ਤੋਂ ਉੱਤੇ ਨੇ। ਅਤੇ ਜਦੋਂ ਮੈਂ ਆਪਣੇ ਤੋਂ ਉਤਲਿਆਂ ਦੇ ਵਿੱਚ ਬੈਠਾ ਹੁੰਦਾ, ਵੇਖੋ ਕਿੱਡੀ ਸਮਝ ਦੇ ਨਾਲ ਗੱਲ ਕਰਦਾ ਹਾਂ, ਕਿੱਡੀ ਸੈਂਸ ਦੇ ਨਾਲ ਗੱਲ ਕਰਦਾ ਹਾਂ। ਉਹਦਾ ਸਾਡੇ 'ਚ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਗਈ ਹੈ ਕਿ ਸਾਨੂੰ ਸੰਗਤ ਜਿਹੜੀ ਹੈ ਨਾ, ਬਹੁਤੀ ਵਾਰ ਸੰਗਤ ਲੱਗਦੀ ਨਹੀਂ। ਮੈਨੂੰ ਤਾਂ ਬੈਠੇ ਨੂੰ ਲੱਗਦਾ ਪਿਆ ਵੀ ਫਲਾਣੀ ਆਂਟੀ ਬੈਠੀ ਹੈ ਅਤੇ ਫਲਾਣਾ ਅੰਕਲ ਬੈਠਾ ਪਿਆ ਹੈ, ਇਸ ਕਰਕੇ ਸੰਗਤ ਸਾਨੂੰ ਲੱਗਦੀ ਨਹੀਂ ਹੈ। ਸੰਗਤ ਦਾ ਤਾਂ ਮਤਲਬ ਹੀ ਇੱਦਾਂ ਦਾ ਹੋਣਾ ਚਾਹੀਦਾ ਹੈ। ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਦਾ ਵੀ ਕੋਈ ਕਿਵੇਂ ਦਾ ਵੀ ਸਾਡਾ ਬਾਹਰ ਧਿਆਨ ਹੋਵੇ, ਬਾਹਰ ਖਿਲਾਰਾ ਹੋਵੇ, ਜਦੋਂ ਅਸੀਂ ਸੰਗਤ ਦੇ ਵਿੱਚ ਬੈਠਦੇ ਹਾਂ ਤਾਂ ਫਿਰ ਸਾਨੂੰ ਸਾਰੇ ਨਾਲ ਆਪਣੇ ਭਰਾ ਅਤੇ ਰੱਬ ਦਾ ਰੂਪ ਨਜ਼ਰ ਆਉਣੇ ਚਾਹੀਦੇ ਨੇ। 100 ਵਿਤਕਰਾ ਹੋ ਸਕਦਾ ਹੈ ਕਿਸੇ ਦੇ ਨਾਲ, ਜ਼ਰੂਰੀ ਨਹੀਂ ਵੀ ਅਸੀਂ ਕਹੀਏ ਵੀ ਅਸੀਂ ਉਸ ਹਾਲਤ ਦੇ ਉੱਤੇ ਪਹੁੰਚ ਗਏ ਵੀ ਨਾ ਕੋਈ ਬੈਰੀ ਨਾ ਹੀ ਬੇਗਾਨਾ, ਬੜਿਆਂ ਦੇ ਨਾਲ ਅਸੀਂ ਝਗੜਾ ਕਰਕੇ ਆਏ ਹੋਵਾਂਗੇ। ਪਰ ਸਤਿਗੁਰੂ ਕੀ ਕਹਿੰਦੇ ਨੇ ਵੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਾਨ ਕੀ ਹੈ? ਇਸ ਲਫ਼ਜ਼ ਨੂੰ ਵੀ ਸਮਝ ਲੈਣਾ। ਇੱਕ ਲਫ਼ਜ਼ ਹੁੰਦਾ ਹੈ ਦਾਨ, ਇੱਕ ਸਾਡੇ ਵਿੱਚ ਲਫ਼ਜ਼ ਹੈ ਭੇਟ। ਦਾਨ ਜਿਹੜਾ ਕੀਤਾ ਜਾਂਦਾ ਹੈ ਨਾ, ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ, ਆਪਣੇ ਤੋਂ ਛੋਟੇ ਨੂੰ। ਜਿੱਦਾਂ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿ ਮੰਗਤੇ ਨੂੰ ਦਾਨ ਕਰ ਦੇਣਾ। ਮੰਗਤੇ ਨੂੰ ਦਾਨ ਕੌਣ ਕਰੇਗਾ? ਜਿਹਦੀ ਆਪਣੀ ਜੇਬ 'ਚ ਕੁਝ ਹੈ, ਮੰਗਤੇ ਨੂੰ ਦਾਨ ਕੀਤਾ ਜਾਂਦਾ। ਗੁਰਦੁਆਰਿਆਂ ਵਿੱਚ ਪੈਸਾ ਦਾਨ ਨਹੀਂ ਕੀਤਾ ਜਾਂਦਾ, ਮੰਦਿਰ ਦੇ ਵਿੱਚ ਪੈਸਾ ਦਾਨ ਨਹੀਂ ਕੀਤਾ ਜਾਂਦਾ। ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਲਿਖ ਕੇ ਲਾ ਦਿੱਤਾ ਵੀ ਇਹ ਦਾਨ ਪਾਤਰ ਹੈ। ਫਿਰ ਤਾਂ ਪੈਸਾ ਦੇ ਕੇ ਵੀ ਬੰਦਾ ਉੱਥੋਂ ਵਾਪਸ ਪੈਸੇ ਹੀ ਮੰਗਦਾ ਪਿਆ ਹੈ, ਅਤੇ ਫਿਰ ਦਿੱਤਾ ਕੀ ਹੈ ਉਹਨੇ? ਵਾਪਸ ਤਾਂ ਮੰਗਦਾ ਪਿਆ ਹੈ। ਦਾਨ ਜਿਹੜਾ ਹੈ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਹੈ। ਦਾਨ ਲੈਣ ਵਾਲੇ ਦਾ ਹੱਥ ਹਮੇਸ਼ਾ ਥੱਲੇ ਹੋਵੇਗਾ। ਗੁਰਮਤਿ ਦੇ ਵਿੱਚ ਸ਼ਬਦ ਹੈ ਭੇਟ ਕਰਨਾ, ਔਰ ਤੁਸੀਂ
सिख कल्चर दे विच ये वर्ड नहीं सुनोगे भी मैं गुरुद्वारे रुपईया जिहड़ा गोलक दे विच दान करदा हाँ, वो वक्री गल है। अज्ञानता दे विचों निकलिया लफ्ज़ है जिहड़ा ये कही जाता है। इत्थे भेंट कीता जाता है, भेंट अपने तो वड्डे नूं कीता जाता है। अपने तो वड्डे दे अगे जिहड़ा है ना वो कुछ रखिया जाता है, उन्होंने कुछ ऑफर किया जाता है कि मैं आ चीज़ तेरे अगे रखना चाहता हाँ। अगले की मर्जी है उन्होंने स्वीकार करे जां ना करे। दान लैण वाला कदी ये नहीं कह सकता भी आ चीज़ तू मैनू दे रहा है तो मैं इनू नहीं लैना। जे कोई दानी असी किसी नू दान करिए चीज़ तो तुसी वेखोगे अगला कहे मैं ये नहीं लैना, तो फिर असी की कहने नहीं लैना तो चल परे हो। क्योंकि दान देण वेले ना साडी हिम्मत है भी साडी मर्जी है असी की देना। भेंट रखण वेले साडी हिम्मत नहीं चलती, अगले की मर्जी अगला स्वीकार करे ना स्वीकार करे। इस करके इस लफ्ज़ नूं भी समझ लेना, दान हमेशा वड्डा दिंदा है, भेंटा हमेशा असी अपने तो वड्डे अगे रखते हाँ। और इसे करके तुसी गुटका साहब वेखोगे चाहे हिंदी दे होण चाहे पंजाबी दे होण भी गुटका साहब के उत्ते कदी नहीं लिखिया होंदा भी इन्हां दा रेट की है, उत्थे शब्द लिखिया होंदा भेंटा। तुसी गुटका साहब का रेट नहीं दे सकते क्योंकि वो हमेशा साडे नालों वड्डी है, बाणी उच्ची है। इस करके इनू समझ लेना, तुसी वर्ड वेख सकते जो गुटका साहब तो जाके। हुण इत्थे की है, गुरु साहब कहते हैं भी मेरे लिए महिंडा का अर्थ है मेरा दान। महिंडा मेरे लिए सब तो उत्तम दान की है। असी गुरुद्वारे दान जिहड़ा है देण नहीं आए, असी दान मंगण दे लई आए। इस शब्द नूं समझ लेना, क्योंकि जदों मैं दानी बन के आउंदा हाँ ना, आप जी नूं छोटी जी गल दस देवां। एक महाराजा रणजीत सिंह दे नाल गल जोड़ी जाती है। उन्होंने किसी इलाके नूं ना जितण जाना सी। ये साडे लई बड़ा वधिया सबजैक्ट है, सानूं समझ आ जाएगा। मैनूं लगे भी मैं कुछ दे रहा हाँ गुरुद्वारे नूं। उन्होंने किसी इलाके नूं जितण जाना सी, शायद नौशहरे का इलाका सी, ते रस्ते दे विच एक गुरुद्वारा पैंदा सी। तो सुभाविक जी गल है भी असीं किसी काम नूं जाने तो महाराज दे कोल अरदास कर लैंदे आ। वो जाण तो पहलां उन्होंने सोचा भी मैं अगे जाण तो पहलां ना अरदास कर लवां। उत्थे अरदास की उन्होंने, अगे जाके जदों जंग के मैदान च गए, लड़ाई जित के वापस आ गए। वापस आके तो फिर उस ही थां दे उत्ते कहंदे भी बड़ी किरपा हुई है वाहिगुरू दी, जां जो भी लफ्ज़ बोले होणगे भी बड़ी किरपा हुई है वाहिगुरू दी कि मैं अरदास की सी, मैं जित गया हाँ, तो हुण मैं गुरुद्वारे नूं कुछ देना चाहुंदा हाँ। महाराज असीं कुछ भी दे सकदा सी, भी मैं कुछ देना चाहुंदा हाँ, भी की सेवा कर सकदा हाँ। वो कहंदे जिहड़ा उत्थों दा उस वेले दा ग्रंथी सिंह सी, जिहड़ा भी उत्थे उहनूं मिलिया होवेगा, वो किते प्यार वाला सी। वो कहंदा भी मैनूं ये दस भी कल जदों तू जाण वाला सी इत्थों, उदों तू इत्थे जाण तो पहलां मंगदा पिया सी भी मेरे नाल आ हो जाए, अज तेनू मिल गया तो तू दाता बन के आ गया इत्थे, भी तेनू लगदा भी मैं कुछ दे सकदा हाँ। कल तू इत्थों मंगदा पिया है, अज तू इत्थे दाता बनया फिरदा हाँ। ये फर्क है साडे लोकां दी सोच दे विच। मेरे कोल कुछ नहीं हुंदा, मैं मंगदा हाँ, मेरे कोल कुछ आ जांदा, मैनू लगदा भी मैं दे रहा हाँ, मैं इन्ना कुछ दे दिता। और गुरु साहब ने यह गल वेखो पिछे क्लीयर कर दी है, दे मंगै सहसा गुणा सोभ करे संसार। कहते असल दे विच बहुतियां दी सोच दे विच यह हुंदा भी उत्थे कुछ देवांगे, रब उहदे बदले दे विच 10 गुणा ते हज़ारां गुणा सानूं वध वापस कर देवेगा। इस तो बहुत वड्डी मैंटैलिटी बहुतियां लोकां दी नहीं हुंदी। पर हुण ये जिहड़ी मटीरीअल तो उत्ते गल चली गई, सतगुरु की कहंदे ने मेरे लिए सब तो उत्तम दान की है। तो मैं कह रहा हाँ असी दान मंगण आए हाँ, दान देण नहीं आए। तो कुछ दान तो असीं अरदास दे विच ही मंगते हैं। तुसीं रोज़ अरदास दे विच 7 दान मंगे जाते हैं जदों असीं अरदास करते हैं। सिखां नूं सिੱਖੀ दान, पहला ही दान किड्डे कमाल दा है। हालांकि सारे दान सिੱਖੀ दे अंदर ही आउंदे ने। जिद्दां असीं कह दईए ना भी गुरुद्वारे अंदर बैठे हैं तो सारे पिलर गुरुद्वारे विच ही आ गए, कल्ला कल्ला पिलर नहीं है। वो जिन्ने दान मंगे ने वो सारे सिੱਖੀ दे अंदर ही आ गए ने। एक पक्का वर्ड जिहड़ा लै लिया, बाकी फिर पर्टिकुलर गल की गई है भी हाँ जिहड़े वो कल्ले कल्ले दी फेर नाल गल कर दी। सिੱਖੀ दान, फिर केस दान असीं रोज़ मंगदे हां महाराज दे कोल। रहत दान, किद्दां चलना है जिंदगी दे विच। विवेक दान, किद्दां समझना है जिंदगी नूं। दोवां दे विचों एक रिश्ता जिहड़ा सही हुंदा है उहनूं किद्दां चढ़ना है। विसाह दान, विश्वास किद्दां करना है, भरोसा किद्दां करना है। विसाह दान, भरोसा दान, दाना सिर दान, नाम दान।
ਉੱਥੇ ਵੀ ਫਿਰ ਇਹ ਦਾਨਾ ਸਿਰਦਾਨ ਵੱਖਰਾ ਨਹੀਂ ਹੈ। ਦਾਨਾ ਸਿਰਦਾਨ ਨਾਮਦਾਨ ਇਹ ਇਕੱਠਾ ਸ਼ਬਦ ਹੈ ਵੀ ਆਹ ਜੋ ਪਿਛਲੇ ਦਾਨ ਨੇ ਨਾ, ਇਹਨਾਂ ਸਾਰਿਆਂ ਦਾਨਾਂ ਤੋਂ ਉੱਤੇ ਜਿਹੜਾ ਦਾਨ ਹੈ ਨਾ, ਉਹ ਕਿਹੜਾ ਹੈ? ਨਾਮ ਦਾ ਦਾਨ ਹੈ, ਜਿਹਨੂੰ ਅਸੀਂ ਪਿੱਛੇ ਵੀ ਪੜ੍ਹ ਆਉਂਦੇ ਹਾਂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਇਹ ਉਹੀ ਦਾਨਾ ਸਿਰਦਾਨ ਨਾਮਦਾਨ ਹੈ, ਭਾਵ ਕਿ ਸਾਰਿਆਂ ਦਾਨਾਂ ਤੋਂ ਉੱਤੇ ਦਾਨ ਹੈ ਵੀ ਵਾਹਿਗੁਰੂ ਮੈਨੂੰ ਇਹ ਦਾਨ ਦੇ। ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ ਵੀ ਮੇਰੇ ਲਈ ਸਭ ਤੋਂ ਉੱਤਮ ਦਾਨ ਕੀ ਹੈ? ਜਦੋਂ ਮੈਂ ਇੱਥੋਂ ਕੁਝ ਮੰਗਣ ਆ ਰਿਹਾ ਹਾਂ ਤੇ ਮੇਰੇ ਲਈ ਸਭ ਤੋਂ ਵਧੀਆ ਦਾਨ ਮਹਿੰਡਾ, ਮੇਰੇ ਲਈ ਉੱਤਮ ਦਾਨ ਕੀ ਹੈ? ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ? ਤਲੀ ਖਾਕ। ਤਲੀ ਤੁਸੀਂ ਸਮਝਦੇ ਹੋਵੋਗੇ, ਜਿਹਨੂੰ ਪਾਮ ਕਿਹਾ ਜਾਂਦਾ, ਹੱਥ ਦੀ ਤਲੀ ਨਹੀਂ, ਪੈਰਾਂ ਦੀ ਤਲੀ। ਪੈਰਾਂ ਦੀ ਜਿਹੜੀ ਤਲੀ ਹੈ, ਉਹਨਾਂ ਦੀ ਜਿਹੜੀ ਖਾਕ ਹੈ। ਮੈਨੂੰ ਕੀ ਚਾਹੀਦਾ ਹੈ? ਸਾਡੇ ਕਲਚਰ ਦੇ ਵਿੱਚ ਪਹਿਲਾਂ ਜਿਹੜਾ ਟਾਈਮ ਹੁੰਦਾ ਸੀ ਨਾ, ਉਦੋਂ ਪੈਰਾਂ ਨੂੰ ਹੀ ਹੱਥ ਲਾਇਆ ਜਾਂਦਾ ਸੀ। ਅਤੇ ਹੁਣ ਥੋੜ੍ਹਾ ਜਿਹਾ ਚੇਂਜ ਹੋ ਗਿਆ ਨਾ, ਕਿ ਅਸੀਂ ਮਤਲਬ ਪੈਰਾਂ ਤੋਂ ਗੋਡਿਆਂ ਤੱਕ ਪਹੁੰਚ ਗਏ ਹਾਂ। ਤੁਹਾਨੂੰ ਵੀ ਪਤਾ ਵੀ ਝੁਕਣ ਦੀ ਪ੍ਰੋਬਲਮ ਹੈ ਸਾਰਿਆਂ ਨੂੰ, ਪੈਰਾਂ ਤੋਂ ਅਸੀਂ ਹੌਲੀ ਹੌਲੀ ਗੋਡਿਆਂ 'ਤੇ ਆ ਗਏ ਹਾਂ। ਅਤੇ ਗਾਂਹ ਮੇਰੇ ਖਿਆਲ ਦੇ ਨਾਲ 50-60 ਸਾਲ ਬਾਅਦ ਗੋਡੇ ਵੀ ਨਹੀਂ ਆਉਣੇ, ਕਿਉਂਕਿ ਜਿੱਦਾਂ ਹੱਥ ਦਾ ਟਰੈਂਡ ਚੱਲਦਾ ਪਿਆ, ਹੌਲੀ ਹੌਲੀ ਹੱਥ ਹੀ ਰਹਿ ਜਾਣਾ ਸਾਡੇ ਵਿੱਚ, ਉਹ ਵੀ ਖਤਮ ਹੋ ਜਾਣਾ। ਉਹ ਇੱਕ ਕਾਰਨ ਹੁੰਦਾ ਸੀ। ਅਸੀਂ ਕਦੀ ਆਪਣੇ ਤੋਂ ਛੋਟੇ ਦੇ ਪੈਰੀਂ ਹੱਥ ਕਦੀ ਨਹੀਂ ਲਾਉਂਦੇ, ਆਪਣੇ ਤੋਂ ਵੱਡੇ ਦੇ ਹੀ ਲਾਉਂਦੇ ਆ ਨਾ। ਇਹ ਕਲਚਰ ਸੀ ਸਾਡਾ। ਉਹਦਾ ਮਤਲਬ ਕੀ ਹੈ ਵੀ ਜਿਹਨੂੰ ਮੈਂ ਆਪਣੇ ਤੋਂ ਵੱਡਾ ਮੰਨਦਾ ਹਾਂ, ਮੈਂ ਉਹਦੇ ਅੱਗੇ ਝੁਕਦਾ ਹਾਂ, ਉਹਦੇ ਅੱਗੇ ਝੁਕਦਾ ਹਾਂ। ਸੁਭਾਵਿਕ ਜੀ ਗੱਲ ਹੈ ਵੀ ਜੇ ਕਿਸੇ ਦੇ ਮੈਂ ਤਲੀਆਂ ਦੀ ਖਾਕ ਨੂੰ ਲੱਭਦਾ ਪਿਆ ਹਾਂ, ਖਾਕ ਦਾ ਅਰਥ ਹੁੰਦਾ ਧੂੜ, ਚਰਨਾਂ ਦੀ ਧੂੜ। ਜੇ ਮੈਂ ਕਿਸੇ ਦੇ ਚਰਨਾਂ ਦੀ ਧੂੜ ਮੰਗਦਾ ਪਿਆ ਹਾਂ, ਤਾਂ ਸਿੱਧੀ ਜੀ ਗੱਲ ਹੈ ਵੀ ਮੈਨੂੰ ਝੁਕਣਾ ਪਵੇਗਾ। ਜਿੱਥੇ ਕਿਸੇ ਦੇ ਕਦਮ ਲੱਗੇ ਹੋਏ ਨੇ, ਉੱਥੇ ਮੈਂ ਖੜ੍ਹਾ ਹੋਇਆ ਅਤੇ ਹੱਥ ਲਾ ਨਹੀਂ ਸਕਦਾ ਨਾ, ਮੈਂ ਝੁਕਾਂਗਾ ਅਤੇ ਪੈਰੀਂ ਹੱਥ ਲਾਵਾਂਗਾ ਨਾ। ਜਿੱਦਾਂ ਆਪਾਂ ਗੁਰਦੁਆਰੇ ਦੀ ਗੱਲ ਲੈ ਕੇ ਚੱਲੇ ਹਾਂ ਵੀ ਅਸੀਂ ਜਦੋਂ ਗੁਰਦੁਆਰੇ ਅੰਦਰ ਐਂਟਰ ਹੋਏ ਅਤੇ ਸਾਡੇ ਵਿੱਚੋਂ ਕਿੰਨਿਆਂ ਨੇ ਜ਼ਮੀਨ ਨੂੰ ਹੱਥ ਲਾਇਆ? ਉਹ ਤਾਂ ਹੀ ਹੱਥ ਲੱਗਾ ਹੈ ਜੇ ਝੁਕੇ ਹਾਂ, ਅਤੇ ਖੜ੍ਹੇ ਹੋਇਆਂ ਅਤੇ ਹੱਥ ਲੱਗੇਗਾ ਨਹੀਂ। ਇਹਦਾ ਮਤਲਬ ਕਿ ਮੈਨੂੰ ਝੁਕਣਾ ਪਵੇਗਾ। ਦਾਨ ਮਹਿੰਡਾ ਤਲੀ ਖਾਕ ਦਾ ਮਤਲਬ ਇਹ ਹੈ ਕਿ ਮੇਰੇ ਲਈ ਸਭ ਤੋਂ ਉੱਤਮ ਦਾਨ ਇਹੀ ਹੈ ਕਿ ਇਹ ਵਾਹਿਗੁਰੂ ਜਿਹੜੇ ਤੇਰੇ ਰੱਬ ਦੇ ਪਿਆਰੇ ਨੇ ਨਾ, ਇਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲਦੀ ਰਹੇ। ਮਤਲਬ ਮੈਂ ਇਹਨਾਂ ਤੋਂ ਨੀਵਾਂ ਹੋਇਆ ਰਵਾਂ, ਮੈਂ ਨੀਵਾਂ ਹੋ ਕੇ ਅਤੇ ਇਹਨਾਂ ਦੀ ਸੇਵਾ ਕਰਦਾ ਰਵਾਂ। ਇੱਕ ਗੱਲ ਹੋਰ ਆਪ ਜੀ ਦੇ ਅੱਗੇ ਰੱਖ ਦੇਵਾਂ, ਕਿਉਂਕਿ ਧੂੜ ਦਾ ਮਤਲਬ ਕੋਈ ਇੱਦਾਂ ਵੀ ਨਾ ਸਮਝ ਲਿਆ ਜਾਵੇ ਵੀ ਚਲੋ ਕੋਈ ਆਵੇ ਤਾਂ ਇੱਥੇ ਗੁਰਦੁਆਰੇ ਵਿੱਚ ਕੀ ਕਰੇ ਵੀ ਥੋੜ੍ਹਾ ਜਿਹਾ ਇਕੱਠਾ ਕਰੇ ਅਤੇ ਪਾ ਕੇ ਲਿਫਾਫੇ ਦੇ ਵਿੱਚ ਅਤੇ ਆਪਣੇ ਘਰ ਲੈ ਜਾਵੇ ਵੀ ਵੇਖੋ ਜੀ ਮੇਰੇ ਘਰ 'ਤੇ ਮਹੀਨੇ ਦਾ ਵਧੀਆ ਧੂੜ ਆ ਗਈ ਹੈ, ਫਿਰ ਉਹ ਜੋ ਮਰਜ਼ੀ ਕਰਦਾ ਫਿਰੇ। ਕਈਆਂ ਥਾਵਾਂ 'ਤੇ ਇੱਦਾਂ ਵੀ ਹੁੰਦਾ। ਉਹ ਕੀ ਕਰਦੇ ਨੇ? ਦੇਖੋ, ਧੂੜ ਦਾ ਸੰਬੰਧ ਹੀ ਸਿਰਫ ਉਸ ਚੀਜ਼ ਦੇ ਨਾਲ ਹੈ ਵੀ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਇੱਕ ਥਾਂ ਹੈ, ਉਹਦੀ ਖਾਸ ਦੀ ਗੱਲ ਹੈ। ਕੱਲ੍ਹ ਨੂੰ ਕੋਈ ਇੱਦਾਂ ਵੇਚਣੀ ਸ਼ੁਰੂ ਕਰ ਦੇਵੇ ਨਾ, ਜਿੱਦਾਂ ਮੰਨ ਲਓ ਵੀ ਕੋਈ ਦਰਬਾਰ ਸਾਹਿਬ ਗਿਆ ਅਤੇ ਉਹਨੂੰ ਤੁਸੀਂ ਕਹਿ ਦਿਓ ਵੀ ਇੱਕ ਪੈਕਟ ਦੇ ਵਿੱਚ ਮੇਰੇ ਲਈ ਧੂੜ ਵੀ ਲੈ ਕੇ ਆ ਜੀ, ਅਤੇ ਬੜਾ ਵਧੀਆ ਹੋ ਗਿਆ, ਦਰਬਾਰ ਸਾਹਿਬ ਜਾਣ ਦੀ ਲੋੜ ਹੀ ਨਹੀਂ, ਇੱਥੇ ਪੈਕਟ ਪਹੁੰਚੀ ਜਾਂਦੇ ਨੇ, ਤਾਂ ਹੋਰ ਕੀ ਲੋੜ ਹੈ? ਉਹ ਇੱਦਾਂ ਦੀ ਗੱਲ ਨਹੀਂ ਹੈ। ਉਹ ਚੀਜ਼ ਉੱਥੇ ਹੀ ਜਾ ਕੇ ਮਿਲਣੀ ਹੈ। ਧੂੜ ਦਾ ਮਤਲਬ ਹੈ ਐਟਮੋਸਫੇਅਰ, ਧੂੜ ਦਾ ਮਤਲਬ ਹੈ ਇੱਕ ਔਰਾ ਜਿਹੜਾ ਸਾਧੂ ਆਪਣੇ ਨਾਲ ਲੈ ਕੇ ਚੱਲਦਾ ਪਿਆ ਹੈ। ਜਿੱਦਾਂ ਕੁਝ ਗੱਲਾਂ ਨਾ ਹੁੰਦੀਆਂ ਨੇ ਵੀ ਮੈਂ ਕਹਾਂ ਜੀ ਸਕੂਲ ਦੀ ਧੂੜੀ ਲੈਣੀ, ਹਾਲਾਂਕਿ ਬੜਾ ਨੀਵਾਂ ਜਿਹਾ ਲਫ਼ਜ਼ ਹੈ ਧਾਰਮਿਕ ਜ਼ਿੰਦਗੀ ਦੇ ਮੁਕਾਬਲੇ ਦੇ ਉੱਤੇ। ਅਤੇ ਕੋਈ ਬੱਚਾ ਆਵੇ ਤਾਂ ਉੱਥੋਂ ਗਰਾਊਂਡ ਦੇ ਵਿੱਚੋਂ ਸਾਰਾ ਕੁਝ ਚੁੱਕ ਕੇ ਅਤੇ ਘਰ ਲੈ ਆਵੇ। ਉੱਥੋਂ ਕੀ ਲੈ ਕੇ ਆਉਣਾ ਸੀ? ਸਮਝ ਲੈ ਕੇ ਆਉਣੀ ਸੀ। ਅਤੇ ਪਰ ਹੁਣ ਕੀ ਕਹੀਏ ਵੀ ਉਹ ਬਰਾਬਰ ਹੋ ਗਿਆ ਹੈ। ਇਸ ਕਰਕੇ ਧੂੜੀ ਦਾ ਮਤਲਬ ਸਿਰਫ ਇਹ ਨਹੀਂ ਹੈ ਵੀ ਉੱਥੋਂ ਉਹ ਕੁਝ ਇਕੱਠਾ ਕੀਤਾ ਅਤੇ ਆਪਣੇ ਮੱਥੇ ਦੇ ਉੱਤੇ ਲਾ ਲਿਆ ਅਤੇ ਗੱਲ ਖਤਮ ਹੈ। ਉਹ ਜ਼ਰੂਰੀ ਹੈ। ਉਹ ਇਸ ਕਰਕੇ ਜ਼ਰੂਰੀ ਹੈ ਵੀ ਸਾਨੂੰ ਆਦਤ ਬਣੀ ਰਹੇ ਵੀ ਮੈਂ ਨੀਵਾਂ ਬਣ ਕੇ ਸੇਵਾ ਕਰਨੀ ਹੈ, ਮੈਂ ਨੀਵੇਂ ਰਹਿ ਕੇ ਸੇਵਾ ਕਰਨੀ ਹੈ। ਪਰ ਨਾਲ ਹੀ ਇੱਕ ਇਹ ਵੀ ਗੱਲ ਹੈ ਵੀ ਉੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ। ਗੱਲ ਇਹ ਹੈ ਵੀ ਅੱਗੇ ਜੋ ਗੱਲ ਕਹੀ ਜਾ ਰਹੀ ਹੈ, ਮੈਂ ਉਹਨੂੰ ਕਿੰਨਾ ਨੀਵਾਂ ਹੋ ਕੇ ਸੁਣਨਾ ਹੈ। ਔਰ ਗੁਰਬਾਣੀ ਦੇ ਵਿੱਚ ਇਹਦੀ ਇੰਨੀ ਜ਼ਿਆਦਾ ਅਹਿਮੀਅਤ ਹੈ। ਮਹਾਰਾਜ ਕਹਿੰਦੇ ਨੇ ਵੀ ਜਿਹਦੀ ਗੱਲ ਸੁਣਨੀ ਹੋਵੇ, ਭਾਵੇਂ ਮੈਂ ਹੀ ਹਾਂ, ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਠੀਕ ਹੈ ਹੁਣ ਡਿਊਟੀ ਲੱਗੀ ਹੋਈ ਹੈ, ਮੈਂ ਬੋਲਦਾ ਪਿਆ, ਭਾਵੇਂ ਮੈਂ ਹੀ ਹਾਂ, ਅਸੀਂ ਸਿਰਫ ਉਹਦੀ ਗੱਲ ਸੁਣ ਸਕਦੇ ਹਾਂ ਜਿਹਦੀ ਗੱਲ ਨੂੰ ਸਾਨੂੰ ਲੱਗਦਾ ਹੈ ਵੀ ਹਾਂ ਇਹਦੇ ਕੋਲੋਂ ਸਾਨੂੰ ਕੁਝ ਮਿਲ ਸਕਦਾ ਹੈ। ਨਹੀਂ ਤਾਂ ਬਾਕੀਆਂ ਦੀ ਗੱਲ ਅਸੀਂ ਮਜਬੂਰੀ 'ਚ ਸੁਣਦੇ ਹਾਂ। ਮੈਨੂੰ ਮਾਫ਼ ਕਰਿਓ, ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਲੱਗਦਾ ਵੀ ਮੈਂ ਤੁਹਾਨੂੰ ਗੱਲਾਂ ਸੁਣਾ ਰਿਹਾ ਹਾਂ। ਇੱਥੇ ਹੁਣ ਮੈਨੂੰ ਤੁਸੀਂ ਥੋੜ੍ਹਾ ਜਿਹਾ ਮਾਈਨਸ ਕਰ ਦੇਣਾ, ਕਿਉਂਕਿ ਗੱਲ ਕਹਿਣੀ ਪੈਂਦੀ ਹੈ, ਮੈਂ ਇਸ ਕਰਕੇ ਕਹਿ ਦੇਵਾਂ। ਜਿੱਥੇ ਅਸੀਂ ਤਨਖਾਹ ਲੈਣੀ ਹੋਵੇ ਨਾ, ਉੱਥੇ ਸਾਨੂੰ ਮਜਬੂਰੀ 'ਚ ਵੀ ਗੱਲਾਂ ਸੁਣਨੀਆਂ ਪੈਂਦੀਆਂ ਨੇ। ਜਿੱਥੇ ਤਨਖਾਹ ਨਾ ਲੈਣੀ ਹੋਵੇ, ਉੱਥੇ ਅਸੀਂ ਸਿਰਫ ਉਹੀ ਗੱਲਾਂ ਸੁਣਦੇ ਹਾਂ ਜਿਨ੍ਹਾਂ ਨੂੰ ਸਾਡਾ ਸੁਣਨ ਦਾ ਮਨ ਕਰਦਾ ਹੈ। ਇਸ ਕਰਕੇ ਦਾਤਾਰ ਕਹਿੰਦੇ ਨੇ ਵੀ ਤੁਸੀਂ ਧੂੜੀ ਲਓ,
ਤੇ ਧੂੜੀ ਲੈਣ ਦਾ ਗੁਰਮਤ ਦੇ ਵਿੱਚ ਇੰਨੇ ਜ਼ਿਆਦਾ ਪ੍ਰਮਾਣ ਨੇ ਵੀ ਸਤਿਗੁਰੂ ਕਹਿੰਦੇ ਵੀ ਸੰਤਾਂ ਦੀ ਧੂੜ ਬਣੇ ਰਹੋ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ। ਜਾਂ ਅਸੀਂ ਸੋਲ੍ਹਾ ਸਾਹਿਬ ਦੇ ਵਿੱਚ ਇੱਕ ਸ਼ਬਦ ਪੜ੍ਹ ਕੇ ਆਏ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਜਾਂ ਅਸੀਂ ਇੱਕ ਹੋਰ ਸ਼ਬਦ ਪੜ੍ਹਿਆ, ਪਿੱਛੇ ਵੀ ਉਦੋਂ ਵਿਚਾਰਿਆ ਸੀ, ਹਜ਼ੂਰ ਕਹਿੰਦੇ ਨੇ ਮੈਂ ਕੀ ਮੰਗਦਾ ਹਾਂ ਕਿ ਮੈਂ ਤੇਰੇ ਘਰ ਦੇ ਵਿੱਚੋਂ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ ਰੇਣ ਭਗ ਸਾਧਾਂ। ਤੁਸੀਂ ਕਿੰਨੀ ਵਾਰ ਪੜ੍ਹੋਗੇ? ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ? ਦਾਤਾਰ ਕਹਿੰਦੇ ਨੇ ਸਾਧੂ ਦੀ ਧੂੜ ਲੈਣ ਦਾ ਮਤਲਬ ਹੀ ਸਿਰਫ ਇਹ ਹੈ ਵੀ ਜੋ ਸਾਧੂ ਕਹਿੰਦਾ ਹੈ ਉਹਨੂੰ ਸੁਣਿਆ ਜਾਵੇ, ਉਹਦੇ ਪੈਰਾਂ ਦੇ ਵੱਲ ਧਿਆਨ ਰੱਖ ਕੇ ਸੁਣਿਆ ਜਾਵੇ। ਮਤਲਬ ਇਹ ਨਾ ਹੋਵੇ ਵੀ ਸਾਧੂ ਦੀਆਂ ਗੱਲਾਂ ਸੁਣ ਸੁਣ ਕੇ ਤੇ ਮਨ 'ਚ ਹੰਕਾਰ ਆ ਜਾਵੇ। ਅੱਖਾਂ ਫੇਰ ਨੀਵੀਆਂ ਰਹਿਣੀਆਂ ਚਾਹੀਦੀਆਂ ਨੇ। ਗੱਲ ਸੁਣਨ ਤੋਂ ਬਾਅਦ ਵੀ ਸਾਧੂ ਦਾ ਸਤਿਕਾਰ ਕਦੀ ਮਨ ਦੇ ਵਿੱਚੋਂ ਖਤਮ ਨਹੀਂ ਹੋਣਾ ਚਾਹੀਦਾ। ਦਾਨ ਮਹਿੰਡਾ ਤਲੀ ਖਾਕ, ਮੇਰਾ ਸਭ ਤੋਂ ਉੱਤਮ ਦਾਨ ਇਹੀ ਹੈ ਵਾਹਿਗੁਰੂ ਵੀ ਮੈਨੂੰ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲਦੀ ਰਹੇ। ਇਹ ਐਵੇਂ ਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ। ਮੈਂ ਕਹਿ ਦੇਵਾਂ, ਤੁਸੀਂ ਇਸ ਚੀਜ਼ ਨੂੰ ਮੈਂ ਪਹਿਲਾਂ ਵੀ ਕਈ ਵਾਰ ਬੋਲਦਾ ਹੁੰਦਾ, ਜਗ੍ਹਾ ਦਾ ਫਰਕ ਹੋ ਜਾਂਦਾ ਹੈ। ਅਸੀਂ ਪੈਲਸਾਂ 'ਚ ਜਾਂਦੇ ਹਾਂ, ਬਰਤਨ ਤਾਂ ਉੱਥੇ ਵੀ ਜੂਠੇ ਕਰਦੇ ਹਾਂ ਕਿ ਨਹੀਂ ਕਰਦੇ? ਅਸੀਂ ਜਦੋਂ ਰੋਟੀ ਪਾਣੀ ਖਾਂਦੇ ਹਾਂ, ਵੇਖੋ ਸਾਡੀਆਂ ਪਲੇਟਾਂ ਦਾ ਕੀ ਹਾਲ ਹੋਇਆ ਹੁੰਦਾ। ਖਾ ਕੇ ਉੱਥੇ ਵੀ ਤਾਂ ਆਉਂਦੇ ਹੀ ਹਾਂ, ਪਰ ਉੱਥੇ ਅਸੀਂ ਕੀ ਕਰਦੇ? ਉੱਥੇ ਸਾਡੇ ਮਨ 'ਚ ਇਹੋ ਖਿਆਲ ਬਣਿਆ ਹੁੰਦਾ ਹੈ ਕਿ ਸਾਡੀ ਪਲੇਟ ਆ ਕੇ ਤੇ ਵੇਟਰ ਹੀ ਚੁੱਕੇਗਾ, ਅਸੀਂ ਕਿਉਂ ਚੁੱਕਾਂਗੇ? ਇਹ ਸਾਰਿਆਂ ਦੇ ਨਾਲ ਵਾਪਰਿਆ। ਅਸੀਂ ਇੱਦਾਂ ਹੀ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਬਾਦਸ਼ਾਹ ਬਣ ਗਏ ਹਾਂ। ਉੱਥੇ ਅਸੀਂ ਕਿਉਂਕਿ ਪੈਸੇ ਦਿੱਤੇ ਹੁੰਦੇ ਨੇ। ਪਰ ਤੁਸੀਂ ਗੁਰਦੁਆਰੇ ਵਿੱਚ ਵੇਖਿਓ, ਜਿਹੜਾ ਬੰਦਾ ਸਾਨੂੰ ਜਾਣਦਾ ਵੀ ਨਹੀਂ ਹੁੰਦਾ, ਸਾਡੀ ਪਲੇਟ ਚੁੱਕ ਕੇ ਲੈ ਜਾਂਦਾ। ਇੱਕ ਥਾਂ ਦੇ ਉੱਤੇ ਪਲੇਟ ਚੁੱਕਣ ਦੇ ਵਿੱਚ ਸਾਨੂੰ ਹੱਤਕ ਆਉਂਦੀ ਹੈ ਵੀ ਕਿਉਂ ਚੁੱਕੀਏ ਅਸੀਂ, ਇਹ ਵੇਟਰ ਦਾ ਕੰਮ ਹੈ। ਦੂਜੀ ਥਾਂ 'ਤੇ ਉਹੀ ਸਾਡੇ ਖਾਣੇ ਦੀ ਪਲੇਟ ਹੈ, ਉਹ ਵੇਖ ਲਓ ਤੁਸੀਂ, ਕੌਣ ਚੁੱਕ ਕੇ ਲੈ ਜਾਂਦਾ? ਅਸੀਂ ਜਾਣਦੇ ਵੀ ਨਹੀਂ ਹੁੰਦੇ, ਅਸੀਂ ਕਈਆਂ ਨੂੰ ਨਹੀਂ ਜਾਣਦੇ ਹੁੰਦੇ, ਉਹਨਾਂ ਦੀ ਪਲੇਟ ਚੁੱਕ ਕੇ ਲੈ ਜਾਂਦੇ ਹਾਂ। ਇਹ ਕਿਹਨੇ ਸਿਖਾਇਆ? ਇਹ ਮਹਾਰਾਜ ਨੇ ਸਿਖਾਇਆ ਵੀ ਸੰਗਤ ਤੁਹਾਡੇ ਨਾਲੋਂ ਉੱਚੀ ਹੈ, ਇਹਦੇ ਚਰਨਾਂ ਦੀ ਧੂੜ ਬਣੇ, ਇਹਨੂੰ ਉੱਚਾ ਮੰਨੋ ਆਪਣੇ ਆਪ ਤੋਂ। ਮੈਨੂੰ ਕੱਲ੍ਹ ਨੂੰ ਇਹ ਮਾਣ ਹੋ ਜਾਵੇ ਜੀ ਮੈਂ ਬਹੁਤ ਵੱਡਾ ਅਤੇ ਮੈਂ ਤਾਂ 100 ਜਣਿਆਂ ਨੂੰ ਗੱਲਾਂ ਕਰਨ ਵਾਲਾ, ਕੋਈ ਨਹੀਂ ਹੈ। ਸੰਗਤ ਕਹਿੰਦੀ ਹੈ ਤਾਂ ਸਾਰਾ ਕੁਝ ਹੋ ਜਾਂਦਾ, ਜਦੋਂ ਸੰਗਤ ਕਹਿ ਦੇਵੇਗੀ ਖਤਮ ਹੋ ਜਾਵੇਗਾ ਸਾਰਾ ਕੁਝ। ਇਸ ਕਰਕੇ ਮੈਂ ਹੋਰ ਗੱਲ ਕਰ ਦੇਵਾਂ, ਕਿੰਨੀਆਂ ਥਾਵਾਂ ਦੇ ਉੱਤੇ ਖਿਲਾਰਾ ਪਿਆ ਹੁੰਦਾ, ਅਸੀਂ ਕਦੀ ਨਹੀਂ ਚੁੱਕਦੇ। ਮੈਨੂੰ ਮਾਫ਼ ਕਰਿਓ, ਘਰਾਂ ਦੇ ਵਿੱਚ ਨਾ ਹਾਲਤ ਇੱਦਾਂ ਦੇ ਹੋ ਜਾਂਦੇ ਨੇ ਵੀ ਇੱਕ ਜਣੇ ਦਾ ਕੰਮ ਹੁੰਦਾ ਸਫਾਈ ਕਰਨਾ ਅਤੇ ਬਾਕੀਆਂ ਦਾ ਕੰਮ ਹੁੰਦਾ ਖਿਲਾਰਾ ਪਾਉਣਾ। ਪਤਾ ਨਹੀਂ ਸ਼ਾਇਦ ਇੱਥੇ ਕੀ ਟਰੈਂਡ ਚੱਲਦਾ, ਪਰ ਸਾਡਿਆਂ ਘਰਾਂ ਦੇ 'ਚ ਇੱਦਾਂ ਹੀ ਹੁੰਦਾ ਵੀ ਜਿਹੜੀਆਂ ਬੀਬੀਆਂ ਨੇ ਉਹ ਵਿਚਾਰੀਆਂ ਸਫਾਈ ਕਰਦੀਆਂ ਰਹਿ ਜਾਂਦੀਆਂ ਨੇ, ਇੱਕ ਆਉਂਦਾ ਉਹ ਸਾਰਾ ਕੁਝ ਹੀ ਖਿਲਾਰ ਕੇ ਉੱਧਰ ਉੱਧਰ ਕਰਕੇ ਚੱਲ ਜਾਂਦਾ। ਪਰ ਗੁਰਦੁਆਰੇ ਵਿੱਚ ਵੇਖਿਓ ਕਿੱਦਾਂ ਹੋਵੇਗਾ, ਤੁਹਾਡੇ ਨਾਲ ਹੀ ਕਈ ਵਾਰ ਪ੍ਰੈਕਟੀਕਲ ਇੱਥੇ ਹੋ ਗਿਆ ਹੋਵੇਗਾ। ਜਿਹੜਾ ਬੰਦਾ ਚੱਲਦਾ ਹੈ, ਜੇ ਕਿ ਉਹਦੇ ਪੈਰ ਵੱਜ ਕੇ ਚਾਦਰ ਜਿਹੜੀ ਹੈ ਉਹ ਹਿੱਲ ਵੀ ਗਈ ਆਪਣੀ ਥਾਂ ਦੇ ਉੱਤੋਂ, ਉਹ ਉਸੇ ਵੇਲੇ ਮੁੜਦਾ ਅਤੇ ਚਾਦਰ ਸਹੀ ਕਰਕੇ ਅਤੇ ਫਿਰ ਅੱਗੇ ਤੁਰ ਪੈਂਦਾ। ਕਿਉਂ ਤੁਰਦਾ? ਜਿਹੜਾ ਕੰਮ ਬੰਦਾ ਘਰ ਨਹੀਂ ਕਰ ਸਕਦਾ, ਇੱਥੇ ਕਿਉਂ ਕਰੀ ਜਾ ਰਿਹਾ? ਉਹ ਸਿਰਫ ਇੱਕ ਥਾਂ ਬਣ ਗਈ ਹੈ ਇੱਦਾਂ ਦੀ ਵੀ ਭਾਈ ਇੱਥੇ ਇੱਦਾਂ ਦਾ ਕੁਝ ਨਹੀਂ ਕਰਨਾ। ਇੱਥੇ ਜਿਹੜੇ ਬੈਠੇ ਹੋਏ ਨੇ ਨਾ, ਇਹਨੂੰ ਮੈਂ ਆਪਣੇ ਆਪ ਤੋਂ ਸਿਆਣੇ ਮੰਨਦਾ ਪਿਆ ਹਾਂ, ਆਪਣੇ ਆਪ ਤੋਂ ਚੰਗੇ ਮੰਨਦਾ ਪਿਆ ਹਾਂ। ਅਤੇ ਫਿਰ ਜਦੋਂ ਮੈਂ ਇਸ ਭਾਵਨਾ ਦੇ ਨਾਲ ਗੁਰਦੁਆਰੇ ਬੈਠਾ ਹੋਵਾਂਗਾ ਨਾ, ਅਤੇ ਫਿਰ ਆਪਣੇ ਆਪ ਹੀ ਕੁਝ ਨਾ ਕੁਝ ਮੇਰੇ ਪੱਲੇ ਪੈ ਜਾਵੇਗਾ। ਮੈਂ ਇੱਕ ਛੋਟੀ ਜਿਹੀ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ। ਵੇਖੋ, ਭਾਵੇਂ ਮੈਂ ਬੋਲਦਾ ਪਿਆ ਹਾਂ ਅਤੇ ਮੈਂ ਇਸ ਕਰਕੇ ਨਹੀਂ ਵੀ ਤੁਹਾਨੂੰ ਦੱਸਦਾ ਪਿਆ ਹਾਂ, ਸਿਰਫ ਇਸ ਕਰਕੇ ਵੀ ਮਨ ਦੇ ਵਿੱਚ ਨਾ ਇੱਕ ਡਰ ਹੈ ਵੀ ਤੁਸੀਂ ਮੇਰੇ ਤੋਂ ਉੱਤੇ ਜੇ। ਠੀਕ ਹੈ, ਜਗ੍ਹਾ ਕਰਕੇ ਲੱਗਦਾ ਵੀ ਮੈਂ ਉੱਚੀ ਸਟੇਜ ਉੱਤੇ ਬੈਠਾ ਹੋਇਆ। ਇਹ ਕਦੀ ਮਾਲਕ ਨੇ ਇਹੋ ਜਿਹਾ ਮਾਣ ਦਿੱਤਾ ਵੀ ਨਹੀਂ ਅਤੇ ਹੋਣਾ ਵੀ ਨਾ ਚਾਹਵੇ, ਕਦੀ ਵੀ ਨਹੀਂ। ਮੈਂ ਤੁਹਾਡੇ ਤੋਂ ਬਹੁਤ ਥੱਲੇ ਹੋ ਕੇ ਸੁਣਦਾ ਪਿਆ ਹਾਂ ਇਸ ਗੱਲ ਨੂੰ। ਮੈਂ ਕਹਿ ਰਿਹਾ ਹਾਂ, ਇਹਨੂੰ ਕਹੇ ਨੂੰ ਹੋਏ ਨੂੰ ਮੈਂ ਦੁਬਾਰਾ ਜਾ ਕੇ ਸੁਣਾਂਗਾ ਕਿ ਮੈਂ ਕੀ ਬੋਲ ਕੇ ਆਇਆ, ਕਿ ਮੈਂ ਕੀ ਬੋਲ ਕੇ ਆਇਆ। ਠੀਕ ਹੈ, ਬੋਲਦਿਆਂ ਬਹੁਤੀ ਵਾਰ ਪਤਾ ਨਹੀਂ ਲੱਗੇਗਾ, ਪਰ ਮੈਂ ਵਾਪਸ ਜਾ ਕੇ ਸੁਣਾਂਗਾ ਵੀ ਮੈਂ ਕੀ ਬੋਲਿਆ। ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਕੱਲ੍ਹ ਨੂੰ ਜਦੋਂ ਵਾਪਸ ਤੁਹਾਡੇ ਕੋਲ ਆਵਾਂਗਾ ਅਤੇ ਕਿਤੇ ਇਹ ਨਾ ਹੋਵੇ ਵੀ ਮੈਂ ਕੁਝ ਇਹੋ ਜਿਹਾ ਬੋਲਿਆ ਹੋਵੇ ਜਿਹਦੇ ਨਾਲ ਤੁਹਾਨੂੰ ਕੁਝ ਇਹੋ ਜਿਹਾ ਬੁਰਾ ਲੱਗ ਜਾਵੇ ਵੀ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ। ਇਹ ਸਿਰਫ ਇੰਨੀ ਕੁ ਗੱਲ ਹੈ। ਤੁਸੀਂ ਭਾਵੇਂ ਜਿੰਨਾ ਮਰਜ਼ੀ, ਕੋਈ ਉੱਥੇ ਥੱਲੇ ਲੰਗਰ ਹਾਲ ਦੇ ਵਿੱਚ ਬੈਠਾ ਵੀ ਸੁਣਦਾ ਪਿਆ ਹੈ ਨਾ, ਉਹ ਬੰਦਾ ਵੀ ਮੇਰੇ ਨਾਲੋਂ ਉੱਤੇ ਹੈ ਇਸ ਟਾਈਮ। ਪ੍ਰਚਾਰਕ ਹਮੇਸ਼ਾ ਸੈਕੰਡਰੀ ਹੁੰਦਾ ਹੈ, ਭਾਵੇਂ ਕਿ ਉਹਦੀ ਗੱਲ ਸੁਣ ਲੈਣੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਹੈ, ਪਰ ਸੰਗਤ ਹਮੇਸ਼ਾ ਉੱਤੇ ਹੈ। ਗੁਰੂ ਸਾਹਿਬ ਨੇ ਸੰਗਤ ਦਾ ਸਤਿਕਾਰ ਕੀਤਾ। ਮਹਾਰਾਜ ਕੀ ਕਹਿੰਦੇ ਨੇ, ਮੇਰੇ ਲਈ ਸਭ ਤੋਂ ਉੱਤਮ ਦਾਨ ਕੀ ਹੈ? ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਜੇ ਕਿਤੇ ਮੈਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਰਹੇ ਤਾਂ ਮੈਂ ਉਹਨੂੰ ਮੱਥੇ ਦੇ ਉੱਤੇ ਲਾਈ ਜਾਵਾਂ। ਮੈਂ ਫਿਰ ਕਹਿ ਦੇਵਾਂ, ਕਥਾ ਘਰ 'ਚ ਵੀ ਸੁਣੀ ਜਾਣੀ ਹੈ, ਕੀਰਤਨ ਘਰ ਬਹਿ ਕੇ ਵੀ ਸੁਣਿਆ ਜਾਣਾ।
ਤੁਸੀਂ ਸੁਣਦੇ ਹੀ ਜੇ ਤੁਹਾਡੇ ਘਰਾਂ 'ਚ ਦਰਬਾਰ ਸਾਹਿਬ ਚੱਲਦਾ ਹੈ, ਸ਼ਾਮਾਂ ਨੂੰ ਸਵੇਰੇ ਚੱਲਦਾ ਹੈ, ਆਸਾ ਦੀ ਵਾਰ ਲੱਗ ਜਾਂਦੀ ਹੈ, ਸ਼ਾਮਾਂ ਪੈਂਦੀਆਂ ਨੇ, ਦਰਬਾਰ ਸਾਹਿਬ ਦਾ ਕੀਰਤਨ ਆ ਜਾਂਦਾ ਹੈ। ਕੀਰਤਨ ਤੁਸੀਂ ਸੁਣ ਲਓ, ਲਾਗੇ ਬੈਠ ਕੇ ਟੀਵੀ ਦੇ ਸੁਣ ਲਓ, ਹੋਰ ਕਿਸੇ ਪਾਸੇ ਧਿਆਨ ਨਾ ਦਿਓ। ਪਰ ਜਿੱਦਣ ਤੁਸੀਂ ਦਰਬਾਰ ਸਾਹਿਬ ਜਾ ਕੇ ਉਸੇ ਕੀਰਤਨ ਨੂੰ ਸੁਣੋਗੇ, ਤੁਹਾਡੇ ਦਿਮਾਗ ਦੇ ਵਿੱਚ ਉਸ ਚੀਜ਼ ਦਾ ਹੋਰ ਪ੍ਰਭਾਵ ਹੋਵੇਗਾ। ਪਤਾ ਨਹੀਂ ਅਸੀਂ ਇਸ ਚੀਜ਼ ਨੂੰ ਕਿੱਦਾਂ ਮੰਨਦੇ ਹਾਂ, ਮੈਂ ਤਾਂ ਇਸ ਚੀਜ਼ ਨੂੰ ਪ੍ਰੈਕਟੀਕਲ ਕਰਕੇ ਵੇਖਦਾ। ਐਸੀ ਚੀਜ਼ ਨੂੰ ਤੁਸੀਂ ਇੱਥੇ ਸੁਣਦੇ ਪਏ ਜੇ, ਕੁਝ ਹੋਰ ਪ੍ਰਭਾਵ ਹੈ। ਐਸੀ ਚੀਜ਼ ਨੂੰ ਤੁਸੀਂ ਘਰ ਸੁਣੋਗੇ, ਕੁਝ ਹੋਰ ਪ੍ਰਭਾਵ ਹੈ। ਉਹ ਇਸ ਕਰਕੇ ਹੈ, ਮਹਾਰਾਜ ਕਹਿੰਦੇ ਵੀ ਸੰਗਤ ਦੀ ਧੂੜ ਬਣੇ ਰਹੋ। ਇੱਕ ਤਾਂ ਸੰਗਤ ਦੇ ਵਿੱਚ ਆਓ, ਦੂਸਰਾ ਆਪਣੇ ਆਪ ਨੂੰ ਨੀਵੇਂ ਮੰਨੋ। ਇਹ ਨਾ ਹੋਵੇ ਵੀ ਮੈਂ ਆਪਣੇ ਆਪ ਨੂੰ ਕੁਝ ਮੰਨਣ ਲੱਗ ਪਵਾਂ। ਆਪਾਂ ਇਤਿਹਾਸ ਦੇ ਵਿੱਚੋਂ ਇੱਕ ਗੱਲ ਲੈ ਲਈਏ ਅਤੇ ਫਿਰ ਇਹ ਗੱਲ ਹੋਰ ਸਾਡੀ ਕਲੀਅਰ ਹੋ ਜਾਵੇਗੀ। ਕੁਝ ਵੀ ਮਿਲੇ, ਕੁਝ ਵੀ ਮਿਲੇ, ਕਦੀ ਵੀ ਉਸ ਨੂੰ ਸੰਗਤ ਤੋਂ ਉੱਚਾ ਨਾ ਮੰਨ ਲਿਆ ਜਾਵੇ। ਕਦੀ ਵੀ। ਮੈਂ ਇੱਦਾਂ ਕਹਾਂ, ਨੌਕਰੀ ਮਿਲੀ ਹੈ, ਕੁਝ ਵੀ ਮਿਲਿਆ ਹੈ, ਸੰਗਤ ਦੇ ਬਰਾਬਰ ਕੁਝ ਵੀ ਨਹੀਂ ਹੈ। ਭਾਈ ਗੁਰਦਾਸ ਸਾਹਿਬ ਨੇ ਇੱਕ ਗੱਲ ਬੋਲੀ ਹੈ ਕਿ ਜੇ ਕਿਤੇ ਥੋੜ੍ਹੀ ਬਹੁਤੀ ਕਮਾਈ ਕਰਨ ਵੀ ਲੱਗ ਪਵੇ ਅਤੇ ਇਹ ਨਾ ਹੋਵੇ ਵੀ ਲੋਕਾਂ ਦੇ ਨਾਲ ਹੀ ਕਿਤੇ ਗੁੱਸੇ ਹੁੰਦਾ ਫਿਰੇ, ਲੋਕਾਂ ਦੇ ਨਾਲ ਹੀ, ਲੋਕਾਂ ਦੇ ਉੱਤੇ ਹੀ ਆਕੜਦਾ ਫਿਰੇ। ਕੀ ਕਰੇ ਕਿ ਆਪ ਜਿਹੜਾ ਹੈ ਨਾ, ਸਾਧ ਸੰਗਤ ਮਿਲ ਗਾਵੰਦੇ, ਰਾਤ ਦਿਹੈ ਨਿਤ ਚੱਲ ਚੱਲ ਜਾਵੇ। ਤੁਸੀਂ ਜੋ ਵੀ ਹੋ, ਜਿੱਥੇ ਵੀ ਹੋ, ਜਿਹੜੀ ਵੀ ਪੋਸਟ ਹੈ ਨਾ, ਇੱਕ ਕੰਮ ਕਰੇ, ਸੰਗਤ ਦੇ ਵਿੱਚ ਜਾ ਕੇ ਅਤੇ ਬੈਠ ਕੇ ਉਹਨੇ ਸਵੇਰੇ ਸ਼ਾਮ ਦਾ ਇੱਕ ਵੇਲਾ ਜਿਹੜਾ ਹੈ ਉਹ ਸੰਭਾਲਣਾ ਹੀ ਸੰਭਾਲਣਾ ਹੈ। ਕੁਝ ਵੀ ਹੋਵੇ, ਇਹ ਰੂਟੀਨ ਬਣ ਜਾਵੇ ਜ਼ਿੰਦਗੀ ਦੇ ਵਿੱਚ। ਕਿਉਂ? ਸੰਗਤ ਦੇ ਵਿੱਚ ਸੇਵਾ ਕਰਨ ਦੀ ਆਦਤ ਪਵੇਗੀ ਵੀ ਮੈਂ ਇਹਨਾਂ ਨੂੰ ਆਪਣੇ ਤੋਂ ਉੱਤੇ ਮੰਨਦਾ ਹਾਂ, ਕਿਸੇ ਤਰੀਕੇ ਨਾਲ ਇਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲਦੀ ਰਹੇ ਅਤੇ ਮੈਂ ਜਿਹੜਾ ਹੈ ਨਾ ਆਪਣੇ ਆਪ ਨੂੰ ਨਿਮਰ ਕਰਦਾ ਰਹਾਂ। ਆਪਣੇ ਆਪ ਦੀ ਹਉ ਨਾ ਕਿਤੇ ਮੇਰੇ ਅੰਦਰ ਪੈਦਾ ਹੋ ਜਾਵੇ, ਅਹੰ ਨਾ ਪੈਦਾ ਹੋ ਜਾਵੇ। ਲਗਭਗ 1733 ਦੀ ਗੱਲ ਹੈ। ਇੱਦਾਂ ਕਹਿ ਲਈਏ ਵੀ ਅੱਜ ਤੋਂ 300 ਸਾਲ ਪਹਿਲਾਂ ਦੀ ਗੱਲ। ਅਤੇ ਉਹਦੇ ਵਿੱਚ ਇੱਕ ਗੱਲ ਆਉਂਦੀ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ 1716 ਦੇ ਵਿੱਚ, ਅਤੇ ਉਹਨਾਂ ਤੋਂ ਲਗਭਗ 17 ਕੁ ਸਾਲ ਬਾਅਦ ਦੀ ਇਹ ਗੱਲ ਹੈ। ਸਿੱਖ ਸਰਦਾਰਾਂ ਨੇ ਜਿਹੜੀਆਂ ਜੰਗਾਂ ਕੀਤੀਆਂ ਜਾਂ ਇਲਾਕੇ ਜਿੱਤੇ, ਅਤੇ ਉਹਦੇ ਵਿੱਚ ਨਾ ਜਿਹੜੀ ਉਸ ਵੇਲੇ ਦੀ ਮੁਗਲ ਸਲਤਨਤ ਹੈ, ਜਿਹੜੀ ਉਸ ਵੇਲੇ ਦੀ ਗੌਰਮੈਂਟ ਹੈ, ਉਹਨੂੰ ਬੜਾ ਗੁੱਸਾ ਲੱਗਾ ਇਸ ਗੱਲ ਦਾ ਵੀ ਇਹ ਸਾਡੇ ਵੱਸ ਦੇ ਵਿੱਚ ਨਹੀਂ ਆਉਂਦੇ, ਅਤੇ ਉਹਨੇ ਨਾ ਇੱਕ ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਇਹ ਇੱਥੇ ਵੀ ਪੰਕਤੀ ਆਵੇਗੀ, ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈ ਹੈ। ਇਹ ਤੋਂ ਅਗਲੀ ਪੰਕਤੀ ਵੀ ਆਵੇਗੀ। ਉਹਨਾਂ ਨੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਵੀ ਇੱਦਾਂ ਤਾਂ ਇਹ ਜਿਹੜੇ ਨੇ ਬੰਦੇ ਸਾਡੇ ਵੱਸ ਦੇ ਵਿੱਚ ਨਹੀਂ ਆਉਂਦੇ, ਅਤੇ ਇਹਨਾਂ ਨੂੰ ਕੁਝ ਜਾਗੀਰ ਜਿਹੜੀ ਹੈ ਨਾ, ਕੁਝ ਜਗ੍ਹਾ, ਇਲਾਕਾ ਜਿਹੜਾ ਹੈ ਉਹ ਇਹਨਾਂ ਦੇ ਨਾਮ ਕਰ ਦਿੱਤਾ ਜਾਵੇ, ਅਤੇ ਇਹਨਾਂ ਨੂੰ ਕਹੋ ਵੀ ਇਹ ਉੱਥੇ ਜਾ ਕੇ ਰਾਜ ਕਰਨ ਅਤੇ ਬਾਕੀ ਹਕੂਮਤ ਦੇ ਵਿੱਚ ਜਾ ਕੇ ਅਤੇ ਇੰਟਰਫੇਰੈਂਸ ਨਾ ਕਰਨ ਕਿਸੇ ਵੀ ਤਰੀਕੇ ਦੀ। ਭਾਈ ਸ਼ਬੇਗ ਸਿੰਘ, ਤੁਸੀਂ ਨਾਮ ਜਾਣਦੇ ਹੋਵੋਗੇ, ਜਿਨ੍ਹਾਂ ਨੂੰ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਚਰਖੀਆਂ 'ਤੇ ਚੜ੍ਹੇ ਗਏ। ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਚਰਖੀਆਂ 'ਤੇ ਚੜ੍ਹਾਇਆ ਗਿਆ ਸੀ, ਉਹ ਬਾਅਦ ਦੀਆਂ ਗੱਲਾਂ ਨੇ। ਭਾਈ ਸ਼ਬੇਗ ਸਿੰਘ ਜਿਹੜੇ ਸੀ ਨਾ, ਉਸ ਵੇਲੇ ਸਰਕਾਰ ਦੀ ਨੌਕਰੀ ਕਰਦੇ ਸੀ। ਉਹਨਾਂ ਦੇ ਹੱਥ ਨਾਲ ਖਿੱਲਤ ਭੇਜੀ ਗਈ, ਮਤਲਬ ਉਹਦੇ ਵਿੱਚ ਇੱਦਾਂ ਕਹਿ ਲਈਏ ਵੀ ਤੋਹਫੇ ਭੇਜੇ ਗਏ, ਜਿਹਦੇ ਵਿੱਚ ਇਸ ਗੱਲ ਦੀ ਅੱਜ ਦੀ ਬੋਲੀ ਦੇ ਵਿੱਚ ਰਜਿਸਟਰੀ ਹੁੰਦੀ ਹੈ, ਰਜਿਸਟਰੀ ਹੁੰਦੀ ਹੈ ਇਸ ਗੱਲ ਦੀ ਕਿ ਹਾਂ ਆਹ ਇਲਾਕਾ ਤੁਹਾਨੂੰ ਦਿੱਤਾ। ਫਿਰ ਉਹਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਨੇ, ਇੱਕ ਪੁਸ਼ਾਕ ਹੁੰਦੀ ਹੈ ਵੀ ਹਾਂ ਉਹ ਜਿਹੜੀ ਪੁਸ਼ਾਕ ਹੈ ਉਹਦੇ ਵਿੱਚ ਸਮਝ ਲਓ ਕਿ ਸਿਰ ਦੀ ਕਲਗੀ ਹੁੰਦੀ ਹੈ, ਜਾਂ ਜਿਹੜਾ ਵੀ ਉਸ ਵੇਲੇ ਟਰੈਂਡ ਦੇ ਵਿੱਚ ਕੱਪੜਾ ਚੱਲਦਾ ਹੋਵੇਗਾ ਉਹ ਦਿੱਤਾ ਜਾਂਦਾ ਬਾਦਸ਼ਾਹ ਦੇ ਵੱਲੋਂ, ਹਕੂਮਤ ਦੇ ਵੱਲੋਂ ਗਿਫਟ ਦੇ ਤੌਰ ਦੇ ਉੱਤੇ। ਸਰਦਾਰ ਸ਼ਬੇਗ ਸਿੰਘ ਉਹਨੂੰ ਨਾ ਲੈ ਕੇ ਅਤੇ ਖਾਲਸਾ ਦਰਬਾਰ ਦੇ ਕੋਲ ਆਏ, ਮਤਲਬ ਸਿੰਘਾਂ ਦੇ ਕੋਲ ਆਏ। ਉਸ ਵੇਲੇ ਜਿਹੜਾ ਖਾਲਸੇ ਦਰਬਾਰ ਦਾ ਮੁਖੀ ਸੀ ਭਾਈ ਦਰਬਾਰਾ ਸਿੰਘ ਸੀ। ਸੰਗਤ ਉਸ ਵੇਲੇ ਵੀ ਇੱਦਾਂ ਲੱਗਦੀ ਹੁੰਦੀ ਸੀ। ਮੈਂ ਇਹ ਗੱਲ ਕਹਿ ਰਿਹਾ ਹਾਂ ਵੀ ਸੰਗਤ ਤੋਂ ਉੱਤੇ ਕਿਸੇ ਵੀ ਚੀਜ਼ ਨੂੰ ਨਾ ਮੰਨਿਓ। ਜਿੱਦਣ ਦਿੰਦੀ ਹੈ ਨਾ ਸੰਗਤ, ਅਤੇ ਮਾਣ ਵੀ ਬਹੁਤ ਕਰਦੀ ਹੈ, ਪਰ ਮੈਂ ਨਾਲ ਇਹ ਕਹਿ ਦੇਵਾਂ ਜਿੱਦਣ ਸੰਗਤ ਗੱਲ ਨਹੀਂ ਨਾ ਪੁੱਛਦੀ, ਬੰਦਾ ਕੁਝ ਵੀ ਨਹੀਂ ਰਹਿੰਦਾ, ਕੌਡੀਆਂ ਦਾ ਵੀ ਨਹੀਂ ਰਹਿੰਦਾ ਬੰਦਾ, ਹੋਰ ਤਾਂ ਗੱਲਾਂ ਦੀਆਂ ਗੱਲਾਂ ਬਹੁਤ। ਉੱਥੇ ਕੀ ਹੋਇਆ, ਪਹਿਲਾਂ ਤਾਂ ਕਹਿੰਦੇ ਨੇ ਵੀ ਸਰਦਾਰ ਸ਼ਬੇਗ ਸਿੰਘ ਨੂੰ ਤਨਖਾਹ ਲੱਗੀ ਇਸ ਗੱਲ ਦੀ ਵੀ ਤੂੰ ਉਹਨਾਂ ਦੀ ਨੌਕਰੀ ਕਿਉਂ ਕਰਦਾ ਪਿਆ ਹੈ। ਉਹ ਚਲੋ ਲੰਮੀਆਂ ਚੌੜੀਆਂ ਗੱਲਾਂ ਨੇ, ਅਸੀਂ ਉਸ ਪਾਸੇ ਦੀ ਗੱਲ ਨਹੀਂ ਕਰਾਂਗੇ। ਅਤੇ ਉਹ ਪਹਿਲਾਂ ਤਾਂ ਕਹਿਣ ਵੀ ਤੁਹਾਨੂੰ ਮੁਗਲ ਜਿਹੜੀ ਸਲਤਨਤ ਹੈ ਉਹਦੇ ਵੱਲੋਂ ਨਵਾਬੀ ਆਈ ਹੈ, ਤੁਸੀਂ ਇਹਨੂੰ ਐਕਸੈਪਟ ਕਰੋ, ਸਵੀਕਾਰ ਕਰ ਲਓ। ਅਤੇ ਅੱਗੋਂ ਸਿੱਖਾਂ ਦਾ ਜਵਾਬ ਸੀ ਵੀ ਅਸੀਂ ਰਾਜ ਲੈਣਾ ਹੈ, ਭੀਖ ਨਹੀਂ ਲੈਣੀ। ਜੇ ਅਸੀਂ ਸਵੀਕਾਰ ਕਰ ਲਿਆ ਨਾ ਇਹਨਾਂ ਦਾ, ਅਤੇ ਇਹਨਾਂ ਨੇ ਕਹਿਣਾ ਅਸੀਂ ਤੁਹਾਨੂੰ ਦਿੱਤਾ ਹੈ। ਕਿਸੇ ਦਾ ਦਿੱਤਾ ਹੋਇਆ ਰਾਜ ਨਹੀਂ ਮਿਲਦਾ ਹੁੰਦਾ, ਅਸੀਂ ਭੀਖ ਨਹੀਂ ਮੰਗਦੇ, ਅਸੀਂ ਟੌਰ ਦੇ ਨਾਲ ਰਾਜ ਲਵਾਂਗੇ।
ਇਹ ਸਾਰਾ ਕੁਝ ਹੁੰਦਾ ਨਾ ਉਹ ਪਿਛਲੀਆਂ ਇਤਿਹਾਸ ਦੇ ਵਿੱਚ ਪਿਆ ਹੁੰਦਾ। ਬਹੁਤਿਆਂ ਨੂੰ ਲੱਗਦਾ ਵੀ ਇਹ ਝੁਕਦੇ ਕਿਉਂ ਨਹੀਂ ਪਏ ਜਿਹੜੇ ਅੱਜ ਬੈਠੇ ਹੋਏ ਨੇ ਨਾ, ਵੀ ਇਹ ਮੰਨਦੇ ਕਿਉਂ ਨਹੀਂ। ਇਹ ਇਸ ਕਰਕੇ ਨਹੀਂ ਮੰਨਦੇ ਵੀ ਇਹਨਾਂ ਨੇ ਪਿੱਛੇ ਬਹੁਤ ਕੁਝ ਵੇਖਿਆ ਵੀ ਏਡੀ ਛੇਤੀ ਮੰਨਿਆ ਨਹੀਂ ਜਾਂਦਾ ਹੁੰਦਾ। ਇਸ ਕਰਕੇ ਹਰ ਇੱਕ ਦੇ ਖਿਆਲ ਵੱਖਰੇ ਵੱਖਰੇ ਹੋ ਸਕਦੇ ਨੇ। ਉਹ ਕਹਿੰਦਾ ਹੈ ਵੀ ਪਹਿਲੀ ਗੱਲ, ਅਸੀਂ ਭੀਖ ਦੇ ਵਿੱਚ ਰਾਜ ਨਹੀਂ ਲਵਾਂਗੇ। ਅਤੇ ਸਰਦਾਰ ਸੁਬੇਗ ਸਿੰਘ ਕਹਿੰਦਾ ਹੈ ਵੀ ਚਲੋ ਠੀਕ ਹੈ, ਇਹਨੂੰ ਭੀਖ ਦੇ ਰੂਪ ਦੇ ਵਿੱਚ ਨਾ ਮੰਨੋ ਜਾਂ ਕਿਸੇ ਵੀ ਰੂਪ ਦੇ ਵਿੱਚ ਨਾ ਮੰਨੋ, ਤੁਸੀਂ ਇਹੋ ਹੀ ਸੋਚ ਕੇ ਚੱਲੋ ਵੀ ਸਾਡੇ ਲਈ ਥੋੜ੍ਹਾ ਜਿਹਾ ਸਮਾਂ ਤਿਆਰੀ ਕਰਨ ਦਾ ਹੋ ਜਾਵੇਗਾ, ਆਪਾਂ ਚੰਗੇ ਤਰੀਕੇ ਨਾਲ ਪੰਥ ਨੂੰ ਤਿਆਰ ਕਰ ਲਈਏ, ਸਾਡੇ ਕੋਲ ਥੋੜ੍ਹੇ ਬਹੁਤੇ ਸਾਲ ਬਚ ਜਾਣਗੇ। ਜਿੱਦਾਂ ਵੀ ਸਲਾਹ ਹੋਈ ਪੰਥ ਨੇ ਸਵੀਕਾਰ ਕਰ ਲਿਆ ਵੀ ਚਲੋ ਵੇਖਦੇ ਹਾਂ ਕੀ ਗੱਲ ਬਣਦੀ ਹੈ। ਅਤੇ ਉੱਥੇ ਕਹਿੰਦੇ ਨੇ ਵੀ ਫਿਰ ਜਦੋਂ ਨਵਾਬੀ ਮਿਲਣੀ ਸੀ, ਕਿਸੇ ਬੰਦੇ ਨੂੰ ਹੀ ਮਿਲਣੀ ਸੀ, ਕੋਈ ਤਿਆਰ ਨਾ ਹੋਵੇ ਵੀ ਨਵਾਬੀ ਲੈਣੀ ਅਸੀਂ, ਕੋਈ ਤਿਆਰ ਨਹੀਂ ਹੋ ਰਿਹਾ ਵੀ ਮੈਂ ਨਵਾਬੀ ਲੈਣੀ ਹੈ। ਉੱਥੇ ਕਹਿੰਦੇ ਨੇ ਵੀ ਜਦੋਂ ਸੰਗਤ ਦਾ ਫੈਸਲਾ ਇਹ ਹੋ ਗਿਆ ਅਤੇ ਇੱਕ ਨਾ ਨਵਾਬ ਕਪੂਰ ਸਿੰਘ ਹੈ, ਨਾਮ ਉਦੋਂ ਕਪੂਰ ਸਿੰਘ ਸੀ, ਨਵਾਬ ਇਸ ਕਰਕੇ ਕਿਉਂਕਿ ਨਵਾਬੀ ਮਿਲੀ ਤਾਂ ਕਰਕੇ ਅਸੀਂ ਨਵਾਬ ਕਪੂਰ ਸਿੰਘ ਕਹਿੰਦੇ ਹਾਂ। ਉਹ ਜਦੋਂ ਉਹ ਸੰਗਤ ਦੇ ਵਿੱਚ ਉਸ ਵੇਲੇ ਪੱਖੇ ਦੀ ਸੇਵਾ ਕਰਦੇ ਪਏ ਸੀ। ਅੱਜ ਕੱਲ੍ਹ ਤਾਂ ਬੜਾ ਸੌਖਾ ਹੋ ਗਿਆ ਨਾ ਵੀ ਆਓ ਅਤੇ ਸਵਿੱਚ ਛੱਡਿਆ, ਮੈਂ ਵੀ ਛੱਡ ਲਿਆ ਅਤੇ ਤੁਸੀਂ ਵੀ ਛੱਡ ਲਿਆ ਅਤੇ ਸੇਵਾ ਹੋ ਗਈ। ਪੁਰਾਣੇ ਸਮੇਂ ਦੇ ਵਿੱਚ ਨਾ ਪੱਖੇ ਦੀ ਸੇਵਾ ਹੁੰਦੀ ਸੀ। ਅੱਜ ਤੋਂ ਮੇਰੇ ਖਿਆਲ ਦੇ ਨਾਲ ਬਹੁਤਾ ਨਹੀਂ ਤਾਂ 50 ਸਾਲ ਪਹਿਲਾਂ ਵੀ ਹੁੰਦੀ ਹੋਵੇਗੀ, ਵੱਡਿਆਂ ਨੇ ਵੇਖੀ ਹੋਵੇਗੀ ਸੇਵਾ। ਸਾਡੇ ਵਾਰੀ ਤਾਂ ਖਤਮ ਹੋ ਗਈ ਉਹ ਸੇਵਾ। ਮੈਂ ਪੱਖੇ ਜ਼ਰੂਰ ਵੇਖੇ ਨੇ, ਉਹ ਜਿਹੜੇ ਕਿੱਡੇ ਕਿੱਡੇ ਵੱਡੇ ਪੱਖੇ ਹੁੰਦੇ ਨੇ। ਹੁਣ ਤਾਂ ਪਹਿਲਾਂ ਚਲਾਉਣ ਦੇ ਲਈ, ਜਿਹੜਾ ਘੁਮਾਉਣ ਦੇ ਲਈ ਵੀ ਚੰਗੇ ਜ਼ੋਰ ਵਾਲੇ ਬੰਦੇ ਚਾਹੀਦੇ ਨੇ। ਔਰ ਜਿਹੜਾ ਘੁਮਾਉਂਦਾ ਹੁੰਦਾ ਤੁਹਾਨੂੰ ਪਤਾ ਹੀ, ਉਹਨੂੰ ਆਪ ਜ਼ਿਆਦਾ ਪਸੀਨਾ ਆ ਜਾਂਦਾ ਕਿਉਂਕਿ ਉਹਨੂੰ ਹਵਾ ਨਹੀਂ ਆਉਂਦੀ, ਹਵਾ ਸੰਗਤ ਨੂੰ ਆਉਣੀ ਹੁੰਦੀ ਹੈ। ਉਹ ਸੰਗਤ ਦੇ ਵਿੱਚ ਪੱਖੇ ਦੀ ਸੇਵਾ ਕਰਦੇ। ਔਰ ਇਕੱਲੀ ਪੱਖੇ ਦੀ ਸੇਵਾ ਨਹੀਂ, ਜਿਹੜੀ ਵੀ ਸੇਵਾ ਮਿਲ ਜਾਵੇ, ਚਾਹੇ ਉਹ ਸਫਾਈ ਦੀ ਸੇਵਾ ਹੈ, ਚਾਹੇ ਕਿਸੇ ਵੀ ਤਰੀਕੇ ਦੀ ਸੇਵਾ ਹੈ। ਪੰਥ ਨੇ ਜਿਹੜੇ ਮੋਹਤਬਾਰ ਬੰਦੇ ਬੈਠੇ ਹੋਏ ਸੀ, ਉਹਨਾਂ ਨੇ ਇਹ ਕਹਿ ਦਿੱਤਾ ਵੀ ਆਹ ਜਿਹੜੀ ਨਵਾਬੀ ਹੈ ਨਾ, ਇਹ ਤੁਸੀਂ ਇਹਨੂੰ ਜੋ ਕੁਝ ਆਇਆ ਹੈ, ਆਹ ਜਿਹੜਾ ਸੇਵਾ ਕਰਦਾ ਪਿਆ ਹੈ ਕਪੂਰ ਸਿੰਘ, ਇਹਨੂੰ ਤੁਸੀਂ ਨਵਾਬੀ ਦੇ ਦਿਓ। ਬਾਕੀ ਲੈਣ ਨੂੰ ਤਿਆਰ ਨਹੀਂ ਹੋਏ ਤਾਂ ਉਹ ਵੀ ਤਿਆਰ ਨਹੀਂ ਹੋ ਰਹੇ। ਜਦੋਂ ਪੰਥ ਦੇ ਵੱਲੋਂ ਹੁਕਮ ਆ ਗਿਆ ਤਾਂ ਉਹ ਕਹਿੰਦੇ ਵੀ ਹਾਂ ਠੀਕ ਹੈ, ਜੇ ਪੰਥ ਮੇਰੀ ਸੇਵਾ ਲਾ ਰਿਹਾ ਹੈ ਇਸ ਲਈ ਤਾਂ ਮੈਂ ਇਹਨੂੰ ਸਵੀਕਾਰ ਕਰਨ ਦੇ ਲਈ ਤਿਆਰ ਹਾਂ। ਪਰ ਕਹਿੰਦੇ ਇੱਕ ਗੱਲ ਹੈ ਵੀ ਆਹ ਜਿੰਨੀਆਂ ਵੀ ਚੀਜ਼ਾਂ ਇੱਥੇ ਆਈਆਂ ਨੇ ਨਾ, ਜਿੰਨੀਆਂ ਵੀ ਚੀਜ਼ਾਂ, ਇਹ ਸਾਰੀਆਂ ਪੰਜਾਂ ਪਿਆਰਿਆਂ ਦੇ ਜਿਹੜੇ ਕਦਮ ਨੇ ਨਾ, ਪੰਜਾਂ ਪਿਆਰਿਆਂ ਦੀ ਜਿਹੜੀ ਧੂੜ ਹੈ, ਇਹ ਉਹਨਾਂ ਦੇ ਨਾਲ ਛੂਹ ਕੇ ਆਉਣੀਆਂ ਚਾਹੀਦੀਆਂ ਅਤੇ ਫਿਰ ਮੈਨੂੰ ਮਿਲਣੀਆਂ ਚਾਹੀਦੀਆਂ ਨੇ। ਕਿਉਂਕਿ ਕੱਲ੍ਹ ਨੂੰ ਕਿਤੇ ਇਹ ਨਾ ਲੱਗੇ ਵੀ ਨਵਾਬ ਜਿਹੜਾ ਹੈ ਨਾ, ਕਪੂਰ ਸਿੰਘ ਨਵਾਬੀ ਲੈ ਕੇ ਤੇ ਪੰਥ ਤੋਂ ਉੱਤੇ ਹੋ ਗਿਆ ਹੈ। ਮੈਨੂੰ ਇਹ ਗੱਲ ਹਮੇਸ਼ਾ ਚੇਤੇ ਰਵੇ ਵੀ ਜਿਹੜੇ ਪੰਥ ਨੇ ਤੈਨੂੰ ਕੁਝ ਦਿੱਤਾ ਹੋਇਆ ਨਾ, ਇਹ ਪੰਥ ਦੇ ਜੋੜਿਆਂ ਦੇ ਬਰਾਬਰ ਦੇ ਉੱਤੋਂ ਕੁਝ ਵੀ ਨਹੀਂ ਹੈ, ਪੰਥ ਦੇ ਚਰਨਾਂ ਦੀ ਧੂੜ ਤੋਂ ਉੱਤੇ ਕੁਝ ਵੀ ਨਹੀਂ ਹੈ। ਮੈਨੂੰ ਕਿਤੇ ਮਾਣ ਨਾ ਹੋ ਜਾਵੇ ਵੀ ਮੈਂ ਨਵਾਬ ਬਣ ਗਿਆ ਹਾਂ। ਅਤੇ ਦੂਸਰੀ ਗੱਲ ਉਹਨਾਂ ਨੇ ਇਹ ਕਹੀ, ਜਿਹੜੀ ਮੈਂ ਸੇਵਾ ਕਰਦਾ ਪਿਆ ਹਾਂ, ਮੇਰੇ ਕੋਲੋਂ ਸੇਵਾ ਨਾ ਵਾਪਸ ਲਈ ਜਾਵੇ। ਮੇਰੇ ਸਮੇਤ ਮੈਂ ਆਪਣੀ ਗੱਲ ਕਿਸੇ ਹੋਰ ਨੂੰ ਕੀ ਕਵਾਂ। ਜਿੱਦਣ ਅਸੀਂ 4 ਕਿਤਾਬਾਂ ਪੜ੍ਹਨ ਵਾਲੇ ਹੋ ਜਾਂਦੇ ਹਾਂ, ਸਾਨੂੰ ਝਾੜੂ ਫੜਨਾ ਭਾਰਾ ਲੱਗਣ ਲੱਗ ਪੈਂਦਾ ਵੀ ਇਹ ਕੰਮ ਮੈਂ ਕਿਉਂ ਕਰਾਂ, ਇਹ ਤਾਂ ਕਿਸੇ ਹੋਰ ਦਾ ਕੰਮ ਹੈ, ਮੈਂ ਕਿਉਂ ਕਰਾਂ। ਮੈਨੂੰ ਕਿਸੇ ਗੰਦੀ ਥਾਂ ਦੇ ਉੱਤੇ ਮੈਂ ਸ਼ਬਦ ਵਰਤਦਾ ਪਿਆ ਹਾਂ, ਮਾफ़ ਕਰਿਓ, ਗੰਦੀ ਹੁੰਦੀ ਨਹੀਂ ਹੈ, ਗੁਰਦੁਆਰੇ ਵਿੱਚ ਕਾਹਦੀ ਗੰਦੀ ਹੈ, ਬਾਹਰ ਮੰਨੀ ਜਾਂਦੀ ਹੋਵੇਗੀ ਤਾਂ ਮੰਨੀ ਜਾਵੇ। ਉੱਥੇ ਕਿਤੇ ਹੱਥ ਮਾਰਨਾ ਪੈ ਜਾਵੇ ਅਤੇ ਮੈਂ ਲੱਭਦਾ ਵੀ ਇੱਥੇ ਡਿਊਟੀ ਵਾਲੇ ਕਿਹੜੇ ਨੇ, ਉਹੀ ਹੱਥ ਮਾਰਨਗੇ, ਮੈਂ ਕਿਉਂ ਹੱਥ ਮਾਰਾਂ। ਸਤਿਗੁਰੂ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਸਭ ਤੋਂ ਉੱਤਮ ਗੱਲ ਇਹੀ ਹੈ ਵੀ ਰੱਬ ਦੇ ਪਿਆਰਿਆਂ ਦੀ ਧੂੜ ਕਿਤੇ ਮਿਲ ਜਾਵੇ। ਜੇ ਮਿਲ ਜਾਵੇ ਤਾਂ ਮੈਂ ਮੱਥੇ 'ਤੇ ਲਾ ਦੇਵਾਂ। ਤਾਂ ਇਹਨੂੰ ਸਿਰਫ ਅਸੀਂ ਇੰਨਾ ਕੁ ਸਮਝ ਕੇ ਚੱਲਦੇ ਪਏ ਹਾਂ ਵੀ ਆਹ ਜਿਹੜੀ ਸੰਗਤ ਬੈਠੀ ਹੈ ਨਾ, ਇਹਨਾਂ ਦੇ ਪ੍ਰਬੰਧ ਕਰਦਿਆਂ ਮੈਨੂੰ ਆਪ ਕਿੰਨਾ ਵੀ ਨੀਵਾਂ ਹੋਣਾ ਪੈ ਜਾਵੇ, ਕਿਤੇ ਵੀ ਜਾਣਾ ਪੈ ਜਾਵੇ, ਮੈਂ ਤਿਆਰ ਹਾਂ ਇਸ ਗੱਲ ਨੂੰ ਮੰਨਣ ਦੇ ਲਈ। ਕਿਉਂਕਿ ਮੈਂ ਆਪਣਾ ਈਗੋ ਲੈ ਕੇ ਨਹੀਂ ਤੁਰਦਾ ਵੀ ਇਹ ਸਫਾਈ ਕਰਨ ਵਾਲਾ ਕੋਈ ਹੋਰ ਪੱਧਰ ਹੈ ਅਤੇ ਦੂਸਰਾ ਕੋਈ ਹੋਰ ਪੱਧਰ ਹੈ। ਨਹੀਂ, ਆਪਾਂ ਸੰਗਤ ਦੇ ਵਿੱਚ ਨੀਵੇਂ ਹਾਂ ਅਤੇ ਸੰਗਤ ਦੀ ਹੱਥੀਂ ਸੇਵਾ ਕਰਨੀ। ਤੁਸੀਂ ਕਿਤੇ ਸੋਚ ਕੇ ਵੇਖਿਓ, ਅਸੀਂ ਨਾ ਐਵੇਂ ਹਰ ਇੱਕ ਗੱਲ ਦੇ ਵਿਰੋਧ ਹੋ ਜਾਂਦੇ ਹਾਂ ਵੀ ਉਹਦੇ ਪੈਰੀਂ ਹੱਥ ਨਹੀਂ ਲਾਉਣਾ ਚਾਹੀਦਾ, ਇਹਦੇ ਪੈਰੀਂ ਹੱਥ ਨਹੀਂ ਲਾਉਣਾ ਚਾਹੀਦਾ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਨਾ ਲਾਓ, ਪਰ ਬਾਹਰ ਇੱਕ ਆਦਤ ਹੋਣੀ ਚਾਹੀਦੀ ਹੈ ਸਾਨੂੰ। ਆਪਣੇ ਤੋਂ ਵੱਡਿਆਂ ਦੇ ਵਿੱਚੋਂ ਇਹ ਟਰੈਂਡ ਖਤਮ ਨਹੀਂ ਹੋਣਾ ਚਾਹੀਦਾ। ਆਪਣੇ ਵੱਡਿਆਂ ਨੂੰ ਆਦਤ ਪਾਈਏ ਅਸੀਂ ਛੋਟੇ ਬੱਚਿਆਂ ਨੂੰ ਵੀ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਹੀ ਲਾਉਣਾ ਹੈ। ਕੀ ਘਟ ਜਾਵੇਗਾ? ਸਾਡਾ ਆਦਤ ਪੈ ਜਾਵੇਗੀ ਉਹਨਾਂ ਨੂੰ ਚੁੱਕਣ ਦੀ। ਨਹੀਂ ਤਾਂ ਤੁਸੀਂ ਵੇਖ ਲਓ, ਸਾਡੀ ਪਿਛਲੀ ਜਨਰੇਸ਼ਨ ਦੇ ਵਿੱਚ ਬਹੁਤਿਆਂ ਨੂੰ ਆਦਤ ਹੈ, ਉਹ ਅੱਜ ਵੀ ਕਿਤੇ ਮਿਲਦੇ ਨਾ, ਤੁਸੀਂ ਗੁਰਦੁਆਰੇ ਵੇਖ ਲੈਣਾ, ਜਿਨ੍ਹਾਂ ਦੀ ਉਮਰ ਇੱਦਾਂ ਕਹਿ ਲਈਏ ਵੀ 40 ਤੋਂ ਪਲੱਸ ਹੈ, ਉਹ ਅੱਜ ਵੀ ਕਿਤੇ ਮਿਲਦੇ ਨੇ ਨਾ, ਗੁਰਦੁਆਰੇ ਵਿੱਚ ਆ ਕੇ ਵੀ ਮਿਲਦੇ ਨੇ, ਥੱਲੇ ਮਿਲਦੇ ਨੇ, ਅਤੇ ਮੈਂ ਵੇਖਦਾ ਵੀ ਪੈਰੀਂ ਹੱਥ ਲਾਉਂਦੇ ਨੇ। ਅਤੇ ਗਾਂ ਜਿਹੜੇ 12-13 ਸਾਲਾਂ ਵਾਲੇ ਬੱਚੇ ਨੇ, ਉਹਨਾਂ ਦੇ ਵਿੱਚ ਵੇਖ ਲਓ, ਜਿਨ੍ਹਾਂ ਪਰਿਵਾਰਾਂ ਨੇ ਦੱਸਿਆ ਵਾ ਵੀ ਪੈਰੀਂ ਹੱਥ ਲਾਈਦਾ, ਉਹੀ ਪੈਰੀਂ ਹੱਥ ਲਾਉਂਦੇ ਨੇ, ਨਹੀਂ ਤਾਂ ਕਈ ਨੂੰ ਆਦਤ ਹੀ ਨਹੀਂ ਹੈਗੀ, ਬੁਲਾਉਂਦੇ ਹੀ ਨਹੀਂ ਪੈਰੀਂ ਹੱਥ ਲਾਉਣ ਦੀ, ਤਾਂ ਗੱਲ ਹੀ ਬੜੀ ਦੂਰ ਦੀ। ਇਹ ਹੌਲੀ ਹੌਲੀ ਖਤਮ ਹੋ ਜਾਵੇਗਾ। ਸੰਗਤ ਦਾ ਮਤਲਬ ਹੀ ਇਹ ਹੈ ਧੂੜੀ ਲੈਣ ਦਾ, ਵੀ ਸੰਗਤ ਨੂੰ ਆਪਣੇ ਤੋਂ ਉੱਤੇ ਮੰਨਣਾ।
ਤੇ ਸੰਗਤ ਨੂੰ ਆਪਣੇ ਤੋਂ ਉੱਤੇ ਮੰਨਣਾ, ਤੇ ਜਿਹੜਾ ਸਾਧੂ ਹੋਵੇਗਾ ਉਹ ਕਿੰਨਾ ਉੱਤੇ ਹੋਵੇਗਾ। ਗੁਰਬਾਣੀ ਤੇ ਇੱਥੋਂ ਤੱਕ ਗੱਲ ਕਰਦੀ ਹੈ। ਹਜ਼ੂਰ ਕਹਿੰਦੇ ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ। ਇੱਕ ਪੰਕਤੀ ਆਪ ਜੀ ਦੇ ਅੱਗੇ ਰੱਖ ਦੇਵਾਂ। ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਸਿਰਫ ਇਹਨੂੰ ਮਲ ਲਿਆ ਤੇ ਮਲਣ ਦੇ ਉੱਤੇ ਗੱਲ ਖਤਮ ਹੋ ਗਈ, ਵੀ ਧੂੜੀ ਮਲ ਲਈ ਤੇ ਗੱਲ ਖਤਮ ਹੋ ਗਈ। ਇਹਨੂੰ ਅਸੀਂ ਅਰਥਾਂ ਦੇ ਵਿੱਚ ਲੈਂਦੇ ਹਾਂ। ਇਹਦਾ ਇੱਕ ਸਾਈਨ ਹੁੰਦਾ ਹੈ, ਇੱਕ ਤਰੀਕਾ ਹੁੰਦਾ ਵੀ ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਹੈ ਆਪਣੇ ਆਪ ਨੂੰ ਨੀਵਾਂ ਮੰਨਣਾ, ਆਪਣੇ ਆਪ ਨੂੰ ਬਾਕੀਆਂ ਤੋਂ ਨੀਵਾਂ ਰੱਖਣਾ, ਕਿ ਬਾਕੀ ਮੇਰੇ ਤੋਂ ਉੱਚੇ ਬੈਠੇ ਹੋਏ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਹੈ, ਉਹ ਕਹਿ ਕੇ ਤੇ ਅਸੀਂ ਅਗਲੀ ਪੰਕਤੀ ਨੂੰ ਸਮਝਾਂਗੇ। ਗੁਰੂ ਸਾਹਿਬ ਇੱਕ ਗੱਲ ਕਰਦੇ ਨੇ, ਸਾਡੇ ਦੇਸ਼ ਦੇ ਵਿੱਚ ਨਾ ਜਦੋਂ ਮਾਘ ਦਾ ਮਹੀਨਾ ਆਉਂਦਾ ਹੈ ਨਾ, ਤੇ ਲੋਕੀ ਖਾਸ ਕਰਕੇ ਤੀਰਥ ਅਸਥਾਨ ਦੇ ਉੱਤੇ ਇਸ਼ਨਾਨ ਕਰਨ ਦੀ ਬੜੀ ਮਹੱਤਤਾ ਮੰਨਦੇ ਨੇ, ਵੀ ਉੱਥੇ ਜਾ ਕੇ ਇਸ਼ਨਾਨ ਕਰੋ ਮਾਘੀ ਦੇ ਉੱਤੇ, ਤੇ ਬੜੀ ਮਹੱਤਤਾ ਹੁੰਦੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਤੂੰ ਮਾਘ ਦੇ ਮਹੀਨੇ ਦੇ ਵਿੱਚ ਕਰ ਕੀ, ਸਾਧੂਆਂ ਦੀ ਸੰਗਤ ਦੇ ਵਿੱਚ ਰਹਿ, ਸਾਧੂਆਂ ਦੇ ਕੋਲ ਬੈਠ। ਤੈਨੂੰ ਕਿਤੇ ਚੰਗੀ ਗੱਲ ਤੇਰੇ ਦਿਮਾਗ ਦੇ ਵਿੱਚ ਪਾ ਦੇਣਗੇ, ਤੇਰੀ ਜ਼ਿੰਦਗੀ ਬਦਲ ਕੇ ਰੱਖ ਦੇਣਗੇ। ਨਹੀਂ ਤਾਂ ਨਹਾਈ ਜਾ ਪਾਣੀ ਦੇ ਵਿੱਚ, ਪਾਣੀ ਦੇ ਨਹਾਉਣ ਦੇ ਨਾਲ ਤੇਰੀ ਕੀ ਜ਼ਿੰਦਗੀ ਬਦਲੇਗੀ। ਧੂੜੀ ਕਰ ਇਸ਼ਨਾਨ, ਰੱਬ ਦੇ ਪਿਆਰਿਆਂ ਦੇ ਕੋਲ ਬੈਠ, ਤੇਰੀ ਜ਼ਿੰਦਗੀ ਬਦਲ ਦੇਣ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੱਡੇ ਭਾਗ ਹੋਣ ਤੇ ਸਾਧੂਆਂ ਦੀ ਧੂੜੀ ਮਿਲ ਜਾਂਦੀ ਹੈ। ਮੈਂ ਫਿਰ ਉਹ ਗੱਲ ਦੁਹਰਾ ਦੇਵਾਂ, ਅਸੀਂ ਵੱਡੇ ਭਾਗ ਕਿਹਨੂੰ ਮੰਨਦੇ ਹਾਂ ਕਿ ਲਹਿਰਾਂ ਲੱਗੀਆਂ ਪਈਆਂ ਨੇ, ਆਹ ਚੀਜ਼ ਖਤਮ ਨਹੀਂ ਹੁੰਦੀ, ਸਾਰਾ ਕੁਝ ਚੱਲੀ ਜਾਂਦਾ। ਸਤਿਗੁਰੂ ਕਹਿੰਦੇ ਤੇ ਮਟੀਰੀਅਲਿਸਟਿਕ ਲਾਈਫ ਹੈ, ਇਹਦੇ ਨਾਲ ਕੋਈ ਬਹੁਤਾ ਨਹੀਂ ਗੱਲ। ਇਹ ਜ਼ਿੰਦਗੀ ਠੀਕ ਹੈ, ਚਾਹੀਦੀਆਂ ਨੇ, ਪਰ ਇਹ ਨਾਲ ਹੀ ਗੁਰੂ ਸਾਹਿਬ ਕੀ ਕਹਿੰਦੇ ਨੇ, ਜੇ ਮਿਲੇ ਤਾਂ ਮਸਤਕ ਲਾਈਏ। ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਸਾਧੂ ਕਿਤੇ ਇੱਕ ਵਾਰ ਜ਼ਿੰਦਗੀ ਦੇ ਵਿੱਚ ਆ ਗਿਆ, ਬੜੇ ਵੱਡੇ ਭਾਗ ਨੇ, ਜ਼ਿੰਦਗੀ ਬਦਲ ਕੇ ਚਲੇ ਜਾਵੇਗਾ। ਪਰ ਕਰਨਾ ਕੀ ਹੈ, ਦਾਨ ਮਹਿੰਡਾ ਤਲੀ ਖਾਕ, ਮੇਰੇ ਲਈ ਸਭ ਤੋਂ ਉੱਤਮ ਦਾਨ ਕੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਜੇ ਮਿਲੇ, ਜੇ ਮੈਨੂੰ ਉਹ ਮਿਲ ਜਾਵੇ ਤੇ ਮੱਥੇ ਦੇ ਉੱਤੇ ਲਾਉਣੀ ਚਾਹੀਦੀ ਹੈ। ਤੇ ਮੈਂ ਵਾਰ-ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ ਹਾਂ, ਮੈਨੂੰ ਇਸ ਗੱਲ ਤੋਂ ਕਦੀ ਵੀ ਝੁਕਣ ਦੇ ਵਿੱਚ ਦਿੱਕਤ ਨਹੀਂ। ਇਹ ਨਾ ਸੋਚੇ ਵੀ ਮੈਂ ਬਹੁਤ ਕਰਦਾ ਹਾਂ, ਪਰ ਮੈਂ ਇਹ ਗੱਲ ਵੀ ਕਹਿ ਦੇਵਾਂ, ਮੇਰੇ ਕੋਲ ਉਹ ਬਣੇ ਬਣਾਏ ਲਫ਼ਜ਼ ਬੋਲੇ ਨਹੀਂ ਜਾਂਦੇ, ਮੈਂ ਇਸ ਕਰਕੇ ਕਹਿ ਦਿੰਦਾ ਹੁੰਦਾ ਹਾਂ। ਆਪਾਂ ਭਾਈ ਗੁਰਦਾਸ ਸਾਹਿਬ ਇੱਕ ਗੱਲ ਕਹਿੰਦੇ ਨੇ, ਗੁਰਸਿੱਖ ਪੂਜ ਕੇ ਗੁਰ ਭਾਈ ਗਲ ਮਿਲ ਗਲ ਲਾਵੇ। ਜਿਹੜੇ ਤੁਹਾਡੇ ਗੁਰ ਭਾਈ ਨੇ ਨਾ, ਉਹਨਾਂ ਨੂੰ ਗਲੇ ਮਿਲੋ। ਸਾਡੇ ਮਿਲਣ ਦੇ ਵਿੱਚ ਇੰਨੀ ਆਪਣੱਤ ਹੋਣੀ ਚਾਹੀਦੀ ਹੈ ਵੀ ਸਾਨੂੰ ਮਿਲ ਕੇ ਲੱਗੇ ਵੀ ਹਾਂ ਮੈਂ ਆਪਣਿਆਂ ਨੂੰ ਮਿਲਦਾ ਪਿਆ ਹਾਂ। ਫੋਰਮੈਲਿਟੀ ਤਾਂ ਰਿਸ਼ਤੇਦਾਰੀਆਂ 'ਚ ਕੀਤੀ ਜਾਂਦੀ ਹੈ ਵੀ ਇੱਧਰੋਂ ਮਿਲ ਵੀ ਲਿਆ ਅਤੇ ਉੱਧਰੋਂ ਦਿਲ ਵੀ ਨਹੀਂ ਮਿਲਿਆ, ਕੋਈ ਫਰਕ ਨਹੀਂ ਹੁੰਦਾ। ਇਹ ਇੱਦਾਂ ਨਹੀਂ ਹੁੰਦਾ। ਸੰਗਤ ਦੇ ਵਿੱਚ ਮਿਲਣਾ ਇੱਦਾਂ ਦਾ ਸਾਡਾ ਹੋਣਾ ਚਾਹੀਦਾ ਹੈ। ਗੁਰ ਭਾਈ ਗਲ ਮਿਲ ਗਲ ਲਾਵੇ, ਇੱਦਾਂ ਗਲ ਮਿਲੇ ਜਿੱਦਾਂ ਮਾਤਾ ਆਪਣੇ ਬੱਚੇ ਨੂੰ ਕਿਤੇ 10-12 ਸਾਲਾਂ ਬਾਅਦ ਮਿਲਦੀ, ਗੁਰਸਿੱਖ ਦਾ ਇੱਕ ਦੂਸਰੇ ਗੁਰਸਿੱਖ ਨੂੰ ਇੱਦਾਂ ਦਾ ਮਿਲਣਾ ਹੋਣਾ ਚਾਹੀਦਾ ਹੈ। ਪਰ ਨਾਲ ਹੀ ਕੀ ਹੈ, ਦੂਸਰਾ ਪਾਸਾ, ਗੁਰਸਿੱਖ ਜਿਹੜਾ ਹੈ ਨਾ, ਉਹ ਕੀ ਕਰੇ ਜਦੋਂ ਦੂਸਰੇ ਕਿਤੇ ਸਿੱਖ ਦੇ ਪੈਰੀਂ ਪੈ ਰਿਹਾ ਹੋਵੇ। ਗੁਰਸਿੱਖ ਪੂਜਦਾ, ਗੁਰ ਭਾਈ ਗਲ ਮਿਲ ਗਲ ਲਾਵੇ। ਇਹ ਸ਼ਾਇਦ ਇੱਦਾਂ ਪੰਕਤੀ ਹੈ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ ਅਸੀਂ ਵਿਚਾਰ ਕੀਤੀ ਹੈ। ਉਹ ਇੱਦਾਂ ਇੱਕ ਦੂਸਰੇ ਦੇ ਪੈਰੀਂ ਹੱਥ ਲਾਵੇ, ਫੋਰਮੈਲਿਟੀ ਦੇ ਵਿੱਚ ਨਾ ਹੋਵੇ। ਤੁਹਾਨੂੰ ਵੀ ਪਤਾ ਜਦੋਂ ਅਸੀਂ ਕਿਸੇ ਦੇ ਆਪ ਪੈਰੀਂ ਹੱਥ ਲਾਉਂਦੇ ਹਾਂ ਨਾ, ਅਤੇ ਜਦੋਂ ਕਿਸੇ ਸਾਨੂੰ ਧੱਕੇ ਨਾਲ ਪੈਰੀਂ ਹੱਥ ਲਵਾਏ ਜਾਂਦੇ ਨੇ, ਬੜਾ ਫਰਕ ਹੁੰਦਾ ਇਹਦੇ ਵਿੱਚ। ਫੋਰਮੈਲਿਟੀ ਦੇ ਵਿੱਚ ਕਿਸੇ ਆਪਣੇ ਤੋਂ ਵੱਡੇ ਦੇ ਪੈਰੀਂ ਹੱਥ ਨਹੀਂ ਲਾਉਣਾ। ਜਦੋਂ ਸੰਤ ਦੇ ਕਿਸੇ ਰੱਬ ਦੇ ਪਿਆਰੇ ਦੇ ਪੈਰੀਂ ਹੱਥ ਲਾਉਣਾ, ਪਹਿਲਾਂ ਤਾਂ ਗੁਰੇਜ਼ ਨਾ ਹੋਵੇ ਇਸ ਗੱਲ ਦਾ, ਪੈਰੀਂ ਹੱਥ ਲਾਇਆ ਜਾਵੇ। ਹਾਂ, ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ, ਗੁਰ ਪੀਰ ਸਦਾਏ ਮੰਗਣ ਜਾਏ ਤਾਕੈ ਮੂਲ ਨਾ ਲੱਗੀਐ ਪਾਏ। ਜਿਹੜੇ ਵਿਹਲੇ ਨੇ ਉਹਨਾਂ ਦੇ ਪੈਰੀਂ ਹੱਥ ਨਾ ਲਾਓ, ਪਰ ਜਿਹੜਾ ਕਿਤੇ ਰੱਬ ਦੇ ਗੁਣਾਂ ਦੀ ਗੱਲ ਕਰਦਾ ਪਿਆ ਹੈ, ਉਹਦੇ ਪੈਰੀਂ ਹੱਥ ਲਾ ਦੇਣਾ ਕੋਈ ਦਿੱਕਤ ਨਹੀਂ। ਬਾਬਾ ਫਰੀਦ ਪਤਾ ਕੀ ਕਹਿੰਦੇ ਨੇ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਦੋਂ ਅਸੀਂ ਉੱਤੇ ਹੁੰਦੇ ਹਾਂ ਨਾ, ਸਾਨੂੰ ਇਹ ਗੱਲਾਂ, ਕਿਉਂਕਿ ਗਿਆਨ ਮਾਰਗ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਪਰ ਭਗਤੀ ਮਾਰਗ ਦੇ ਵਿੱਚ ਇਹ ਗੱਲਾਂ ਬੜੇ ਕਮਾਲ ਦੀਆਂ ਆਉਂਦੀਆਂ ਨੇ। ਜਿਹੜੇ ਰੱਬ ਦੇ ਪਿਆਰੇ ਨੇ, ਸਤਿਗੁਰੂ ਕਹਿੰਦੇ ਉਹਨਾਂ ਦੇ ਮੈਂ ਪੈਰ ਚੁੰਮ ਲਵਾਂ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਬੜਾ ਕਮਾਲ ਦਾ ਇਹ ਸ਼ਬਦ ਹੈ। ਹਜ਼ੂਰ ਕਹਿੰਦੇ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਪਰ ਨਾਲ ਕੀ ਕਰੋ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ। ਇਹ ਲਾਲਚ ਹੀ ਹੈ ਜਿਹੜਾ ਸਾਧੂ ਦੇ ਪੈਰੀ ਨਹੀਂ ਪੈਣ ਦਿੰਦਾ। ਇਹ ਕਹਿੰਦਾ ਵੀ ਉਹਨਾਂ ਦੇ ਪੈਰੀਂ ਪਾਓ ਜਿਹੜੇ ਤੁਹਾਨੂੰ ਪਦਾਰਥ ਦਿੰਦੇ ਨੇ। ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਉਹਨਾਂ ਬਾਬਿਆਂ ਦੀ, ਉਹਨਾਂ ਚੀਜ਼ਾਂ ਦੀ ਬੜੀ ਕਦਰ ਹੈ ਜਿਹੜੇ ਤੁਹਾਨੂੰ ਮਟੀਰੀਅਲ ਦੇਣਗੇ। ਉਹਨਾਂ ਦੀ ਕਦਰ ਬਹੁਤ ਘੱਟ ਹੋਵੇਗੀ ਜਿਹੜੇ ਤੁਹਾਡਾ ਮਟੀਰੀਅਲ ਖੋਲ੍ਹਣਗੇ, ਜਿਹੜੇ ਤੁਹਾਨੂੰ ਕਹਿਣਗੇ ਵੀ ਮਟੀਰੀਅਲ ਦੇ ਵੱਲ ਕਿਉਂ ਦੌੜੀ ਜਾਂਦੇ। ਸਾਨੂੰ ਬਾਬੇ ਵੀ ਉਹ ਚਾਹੀਦੇ ਨੇ ਜਿਹੜੇ ਕਹਿਣ ਵੀ ਤੁਹਾਡਾ ਮਟੀਰੀਅਲ ਵੱਧਦਾ ਹੀ ਰਹੇ। ਸਾਨੂੰ ਉਹ ਨਹੀਂ ਚਾਹੀਦੇ ਜਿਹੜੇ ਇਹ ਕਹਿਣ ਵੀ ਭਾਈ ਮਟੀਰੀਅਲ ਵਧਾ ਕੇ ਤੇ ਫਿਰ ਕੀ ਕਰੋਗੇ। ਗੁਰੂ ਸਾਹਿਬ ਕਹਿੰਦੇ ਕੂੜਾ ਲਾਲਚ ਛੱਡੀਏ,
ਫਜ਼ੂਲ ਦੀਆਂ ਗੱਲਾਂ ਦਾ ਲਾਲਚ ਛੱਡ ਦਿਓ। ਕਿਉਂ ਹਰ ਇੱਕ ਚੀਜ਼ ਵੱਲ ਵੇਖ ਕੇ ਇਹ ਚੀਜ਼ ਪੈਦਾ ਹੋ ਜਾਂਦੀ ਵੀ ਆ ਵੀ ਮੇਰੇ ਕੋਲ ਆ ਜਾਵੇ, ਆ ਵੀ ਮੇਰੇ ਕੋਲ ਆ ਜਾਵੇ। ਕਿਉਂ ਐਡੀ ਭੁੱਖ ਵੱਧ ਜਾਂਦੀ ਹੈ? ਕੂੜਾ ਲਾਲਚ ਛੱਡੀਏ। ਸਤਿਗੁਰੂ ਕਹਿੰਦੇ ਇਹਨੂੰ ਛੱਡ ਦੇਣਾ ਚਾਹੀਦਾ ਹੈ। ਅਤੇ ਕੀ ਕਰਨਾ ਚਾਹੀਦਾ ਹੈ? ਹੋਏ ਇੱਕ ਮਨ ਅਲੱਖ ਧਿਆਈ ਹੈ। ਜਿਹੜਾ ਨਾਂ ਲਿਖਿਆ ਜਾਣ ਵਾਲਾ ਰੱਬ ਹੈ ਉਹਨੂੰ ਇੱਕ ਮਨ ਇਕਾਗਰਤਾ ਦੇ ਨਾਲ ਜਿਹੜਾ ਹੈ ਉਹ ਜਪਣਾ ਕਰੀਏ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਇਹ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ, ਤੁਸੀਂ ਰੱਬ ਦੇ ਪਿਆਰਿਆਂ ਦੀ ਖਾਕ ਲੱਭਣੀ ਹੈ ਕਿ ਤੁਸੀਂ ਲਾਲਚ ਨੂੰ ਫੜਨਾ ਹੈ। ਪਰ ਇਸ ਗੱਲ ਨੂੰ ਚੇਤੇ ਰੱਖਿਓ, ਜਿਹਨੂੰ ਤੁਸੀਂ ਲਓਗੇ ਤੁਹਾਡਾ ਫਲ ਅੱਗੇ ਉੱਦਾਂ ਦਾ ਹੀ ਹੈ। ਫਲ ਤੇਵੇ ਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ। ਤੁਸੀਂ ਸਾਧੂਆਂ ਦੀ ਸੰਗਤ ਬੀਜੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਫਲ ਰੱਬ ਦੇ ਨਾਮ ਵਾਲਾ ਹੋ ਜਾਵੇਗਾ। ਤੁਸੀਂ ਭੁੱਖ ਬੀਜੀ ਹੈ ਜ਼ਿੰਦਗੀ ਦੇ ਵਿੱਚ, ਤੁਸੀਂ ਦਾ ਮਤਲਬ ਤੁਸੀਂ ਹੀ ਨਹੀਂ, ਮੈਂ ਵੀ ਇਹਦੇ ਵਿੱਚ ਹਾਂ। ਜੇ ਅਸੀਂ ਭੁੱਖ ਬੀਜੀ ਹੋਈ ਹੈ ਜ਼ਿੰਦਗੀ ਦੇ ਵਿੱਚ ਤਾਂ ਜ਼ਿੰਦਗੀ ਦੇ ਵਿੱਚ ਲਾਲਚ ਦਾ ਫਲ ਹੀ ਲੱਗੇਗਾ। ਜਿਹਨੂੰ ਬਾਬਾ ਭਗਤ ਧੰਨਾ ਜੀ ਦਾ ਸ਼ਬਦ ਹੈ, ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨਭੰਤੀ, ਜਨਮ ਮਰਨ ਫਿਰ ਤਾਨਿਆ। ਉੱਥੇ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਤਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਭ ਦਰਾਤਾ, ਮਨ ਬਿਸਰੇ ਪ੍ਰਭ ਹੀਰੇ। ਸਤਿਗੁਰੂ ਕਹਿੰਦੇ ਫਲ ਤੇ ਵੇਹੋ ਪਾਈ ਹੈ, ਉਹੀ ਫਲ ਸਾਹਮਣੇ ਆ ਜਾਵੇਗਾ ਜੇ ਵੇਹੀ ਕਾਰ ਕਮਾਈ ਹੈ। ਜੇ ਭਗਤੀ ਬੀਜੀ ਹੈ ਤਾਂ ਭਗਤੀ ਦਾ ਫਲ ਲੱਗ ਜਾਵੇਗਾ, ਜੇ ਬੀਜਿਆ ਹੀ ਲਾਲਚ ਹੈ ਤਾਂ ਫਲ ਵੀ ਲਾਲਚ ਹੀ ਆਵੇਗਾ। ਉੱਥੇ ਪੜ੍ਹਾਈ ਜਾਂ ਕੁਝ ਨਹੀਂ ਕਰਦਾ, ਇਹ ਕਰਮ ਸਿਧਾਂਤ ਇੱਦਾਂ ਕੰਮ ਕਰਦਾ ਹੈ, ਜੋ ਬੀਜਿਆ ਹੈ ਉਹੀ ਵੱਢਿਆ ਜਾਵੇਗਾ। ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ। ਮਹਾਰਾਜ ਕਹਿੰਦੇ ਤੇ ਰੱਬ ਦੀ ਬਖਸ਼ਿਸ਼ ਹੈ ਕਿ ਜੇ ਕਿਤੇ ਕਿਰਪਾ ਕਰ ਦੇਵੇ ਤੇ ਇਹੋ ਜਿਹੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋ ਜਾਣ, ਕਿਤੇ ਇਹੋ ਜਿਹੇ ਰੱਬ ਦੇ ਪਿਆਰੇ ਮਿਲ ਜਾਣ ਜਿਹੜੇ ਇੱਕੋ ਵਾਰੀ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਅਤੇ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਨੇ। ਔਰ ਇਹ ਅਸਲ ਦੇ ਵਿੱਚ ਮੈਂ ਵਾਰ-ਵਾਰ ਇਹੋ ਗੱਲ ਨੂੰ ਕਹਿ ਰਿਹਾ ਹਾਂ, ਸੰਗਤ ਦੇ ਵਿੱਚੋਂ ਇਹੋ ਜਿਹੇ ਬੰਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਿਆ ਕਰੀਏ। ਗੱਲਾਂ ਬਾਤਾਂ ਅਸੀਂ ਬੜਿਆਂ ਦੇ ਨਾਲ ਕਰ ਜਾਂਦੇ ਹਾਂ, ਵਧੀਆ ਗੱਲ ਹੈ, ਕਰ ਲੈਣੀਆਂ ਚਾਹੀਦੀਆਂ ਨੇ, ਕੋਈ ਗੱਲ ਨਹੀਂ। ਪਰ ਮੈਂ ਫਿਰ ਕਹਿੰਦਾ ਹੁੰਦਾ ਵੀ ਇਹ ਵੇਖੀਏ ਵੀ ਭਾਈ ਮੇਰੇ ਤੋਂ ਉੱਚੇ ਕਿਹੜੇ ਨੇ, ਮੈਂ ਉਹਨਾਂ ਦੇ ਵਰਗਾ ਵੀ ਹੋਣਾ ਹੈ। ਐਵੇਂ ਗੱਲਾਂ ਬਾਤੀਂ ਟਾਈਮ ਨਾ ਪੂਰਾ ਕਰੀ ਜਾਵਾਂ। ਜੇ ਹੋਵੇ ਪੂਰਬ ਲਿਖਿਆ, ਜੇ ਕਿਤੇ ਪਿਛਲੇ ਕਰਮਾਂ ਦੇ ਵਿੱਚ ਕੁਝ ਬੀਜਿਆ ਹੈ ਇੱਦਾਂ ਦਾ, ਜੇ ਮੈਂ ਪੂਰਬਲੇ ਕਰਮ ਦਾ ਮਤਲਬ ਇਹ ਹੈ ਜੋ ਹੁਣ ਤੋਂ ਆ ਜਿਹੜਾ ਟਾਈਮ ਚੱਲਦਾ ਪਿਆ, ਜਦੋਂ ਪਿੱਛੇ ਜੋ ਕੁਝ ਕੀਤਾ ਹੈ, ਭਾਵੇਂ ਉਹਨੂੰ ਜਨਮਾਂ ਦੀ ਖੇਡ ਕਹਿ ਲਓ, ਭਾਵੇਂ ਇਸੇ ਜਨਮ ਦੀ ਖੇਡ ਮੰਨ ਲਈਏ। ਹਜ਼ੂਰ ਕਹਿੰਦੇ ਤਾਂ ਧੂੜ ਤਿੰਨਾਂ ਦੀ ਪਾਈ ਹੈ, ਤਾਂ ਕਿਤੇ ਉਹਨਾਂ ਰੱਬ ਦੇ ਪਿਆਰਿਆਂ ਦੀ ਧੂੜ ਮਿਲਦੀ ਹੈ। ਜੇ ਕਿਤੇ ਰੱਬ ਕਿਰਪਾਲੂ ਹੋ ਜਾਵੇ, ਰੱਬ ਬਖਸ਼ਿਸ਼ ਕਰ ਦੇਵੇ। ਇੱਦਾਂ ਕਹਿ ਲਈਏ, ਰੱਬ ਬਖਸ਼ਿਸ਼ ਕਰੇ ਤਾਂ ਗੁਰੂ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ, ਗੁਰੂ ਕਿਰਪਾ ਕਰੇ ਤਾਂ ਰੱਬ ਜ਼ਿੰਦਗੀ 'ਚ ਪ੍ਰਗਟ ਹੋ ਜਾਂਦਾ ਹੈ। ਇਹ ਦੋਵੇਂ ਨਾਲ ਚੱਲਦੀਆਂ ਚੀਜ਼ਾਂ ਨੇ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ। ਪਰ ਨਾਲ ਗੁਰੂ ਸਾਹਿਬ ਨੇ ਕੀ ਕਹਿ ਦਿੱਤਾ? ਮਤ ਥੋੜ੍ਹੀ ਸੇਵ ਗਵਾਈ ਹੈ। ਬੰਦੇ ਨੇ ਜਿਹੜੇ ਥੋੜ੍ਹੇ ਥੋੜ੍ਹੇ ਕਰਮ ਕੀਤੇ ਹੁੰਦੇ ਨੇ ਨਾ, ਪੂਰਬ ਜਨਮ ਪ੍ਰਚੂਨ ਕਮਾਏ। ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪ੍ਰਚੂਨ ਦੀ ਦੁਕਾਨ ਤੁਹਾਨੂੰ ਪਤਾ ਹੀ ਹੈ, ਜਿਹਦੇ ਵਿੱਚ ਦੁਕਾਨ ਜਿੱਦਾਂ ਕਹਿ ਲਈ ਵੀ ਥੋਕ ਦੀ ਦੁਕਾਨ ਹੁੰਦੀ ਹੈ। ਬੰਦੇ ਨੇ ਥੋੜ੍ਹਾ ਥੋੜ੍ਹਾ ਸਮਾਨ ਪਰ ਸਸਤਾ ਮਿਲ ਜਾਂਦਾ, ਸਮਾਨ ਮਿਲ ਸਾਰਾ ਜਾਂਦਾ। ਅਸੀਂ ਜੋ ਕੁਝ ਪਿੱਛੇ ਕਰਦੇ ਹਾਂ ਨਾ, ਅੱਜ ਤੋਂ 20 ਸਾਲ ਪਹਿਲਾਂ, 30 ਸਾਲ ਪਹਿਲਾਂ ਅਤੇ ਹੁਣ ਤੋਂ ਪਹਿਲਾਂ ਜਿੰਨੀ ਸਾਡੀ ਉਮਰ ਹੈ, ਸਮਝ ਲਓ ਅਸੀਂ ਥੋੜ੍ਹੇ ਥੋੜ੍ਹੇ ਕਰਮ ਕੀਤੇ। ਜਿੱਦਾਂ ਕਿਸੇ ਬੰਦੇ ਨੇ ਹਾਰ ਬਣਾਉਣਾ ਹੋਵੇ, ਉਹਨੇ ਇੱਕ ਫੁੱਲ ਤੋੜਿਆ, ਫਿਰ ਦੂਸਰਾ ਤੋੜਿਆ, ਫਿਰ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਫੁੱਲ ਤੋੜ ਕੇ ਅਤੇ ਇੱਕ ਹਾਰ ਬਣਾ ਲਿਆ। ਹਾਂਜੀ, ਪੂਰਬ ਜਨਮ ਪ੍ਰਚੂਨ ਕਮਾਏ, ਹਰ 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 ਨਾਮ ਪਿਆਰੇ। ਮਹਾਰਾਜ ਕਹਿੰਦੇ ਇੱਦਾਂ ਥੋੜ੍ਹੇ ਥੋੜ੍ਹੇ ਕਰਮ ਇਕੱਠੇ ਕਰੋ ਆਪਣੇ। ਜਿੱਦਾਂ ਪ੍ਰਚੂਨ ਇਕੱਠਾ ਹੁੰਦਾ ਨਾ, ਇੱਦਾਂ ਥੋੜ੍ਹੇ ਥੋੜ੍ਹੇ ਕਰਮ ਇਕੱਠੇ ਕਰੋ। ਪਰ ਨਾਲ ਇਸ ਗੱਲ ਨੂੰ ਬੰਦਾ ਇਕੱਠੇ 'ਤੇ ਕਰਦਾ ਰਹਿੰਦਾ। ਜਿੱਦਾਂ ਸਾਰਾ ਇੱਕ ਥਾਂ 'ਤੇ ਰੂੰ ਥੋੜ੍ਹਾ ਥੋੜ੍ਹਾ ਬੰਦਾ ਇਕੱਠਾ ਕਰਦਾ ਰਹੇ ਅਤੇ ਇੱਕ ਦਿਨ ਕੋਈ ਇਹੋ ਜਿਹਾ ਕੰਮ ਬਣ ਜਾਵੇ ਵੀ ਬਸ ਕੋਈ ਤੀਲੀ ਲਾ ਕੇ ਸੁੱਟ ਜਾਵੇ ਅਤੇ ਸਾਰਾ ਇਕੱਠਾ ਕੀਤਾ ਕੀ ਹੋ ਜਾਂਦਾ? ਸਵਾਹ ਹੋ ਜਾਂਦਾ। ਇੱਦਾਂ ਅਸੀਂ ਸਾਰੀ ਸੇਵਾ ਕਰਦੇ ਰਹਿੰਦੇ ਹਾਂ, ਅਸੀਂ ਸਾਰਾ ਨਾਮ ਵੀ ਜਪਦੇ ਰਹਿੰਦੇ ਹਾਂ, ਸਾਡੇ ਅੰਦਰ ਐਨਰਜੀ ਵੀ ਇਕੱਠੀ ਹੁੰਦੀ ਹੈ। ਗੱਲ ਬੜੀ ਔਖੀ ਜੇ, ਪਰ ਪਚਾ ਲਿਓ, ਮਹਾਰਾਜ ਕਿਰਪਾ ਕਰੇ। ਸਤਿਗੁਰੂ ਕਹਿੰਦੇ ਸਾਰੀ ਕੀਤੀ ਹੋਈ ਸੇਵਾ, ਸਾਰਾ ਜਪਿਆ ਹੋਇਆ ਨਾਮ ਅਸੀਂ ਇੱਕੋ ਦਿਨ 'ਚ ਹੀ ਸਵਾਹ ਕਰ ਲੈਂਦੇ। ਇੱਕੋ ਦਿਨ 'ਚ ਸਾਡਾ ਤਾਂ ਹੀ ਨਹੀਂ ਕੁਝ ਬਣਦਾ। ਅਸੀਂ ਕਹਿੰਦੇ ਇੰਨੀ ਬਾਣੀ ਪੜ੍ਹਦੇ ਹਾਂ, ਅਸਰ ਫੇਰ ਨਹੀਂ ਹੁੰਦਾ, ਇੰਨੀ ਸੇਵਾ ਕਰਦੇ ਹਾਂ, ਇਹ ਸਾਰਾ ਕੁਝ ਹੁੰਦਾ, ਅਸਰ ਹੁੰਦਾ ਹੈ, ਪਰ ਸਾਡਾ ਖਤਮ ਹੋ ਜਾਂਦਾ ਹੈ। ਨਾਲ ਹੀ ਮੱਤ ਥੋੜ੍ਹੀ ਸੇਵ ਗਵਾਈ ਹੈ। ਥੋੜ੍ਹੀ ਜਿਹੀ ਮੱਤ ਕਰਕੇ ਸਮਝ ਲਓ ਵੀ ਲੀਕ ਹੋ ਜਾਂਦਾ ਸਾਰਾ ਕੁਝ। ਜਿੱਥੇ ਇਹ ਇਕੱਠਾ ਹੋ ਰਿਹਾ ਹੈ ਉਹ ਏਡੀ ਸੈਂਸਿਟਿਵ ਜਗ੍ਹਾ ਹੈ, ਕਹਿ ਲਈਏ ਵੀ ਇੰਨੀ ਕੋਮਲ ਜਗ੍ਹਾ ਹੈ, ਮਾੜਾ ਜਿਹਾ ਵੀ ਹੰਕਾਰ ਆਇਆ ਇਹ ਨਾਲੇ ਘੜਾ ਟੁੱਟ ਜਾਣਾ। ਜਿੰਨਾ ਕੁਝ ਇਕੱਠਾ ਕੀਤਾ ਹੈ ਸਮੇਤ ਮੇਰੇ, ਅੱਜ ਜੋ ਅਸੀਂ 40-45 ਮਿੰਟ ਦੇ ਵਿੱਚ ਕਿਤੇ ਇਕੱਠਾ ਕੀਤਾ ਹੋਇਆ ਨਾ, ਆ ਸਟੇਜ ਤੋਂ ਉਤਰਦੇ ਕਿ ਇਹੋ ਜਿਹੀ ਗੱਲ ਹੋ ਗਈ, ਸਾਰਾ ਹੀ ਰੁੜ ਜਾਣਾ। ਇਹ ਇੱਦਾਂ ਦਾ ਧਿਆਨ ਹੈ ਬਸ। ਸਤਿਗੁਰੂ ਕਹਿੰਦੇ ਮੱਤ ਥੋੜ੍ਹੀ,
ਬੰਦੇ ਥੋੜ੍ਹੀ ਮੱਤ ਕਰਕੇ ਸੇਵ ਗਵਾਈ ਹੈ ਜੋ ਇਕੱਠਾ ਕੀਤਾ ਹੁੰਦਾ ਹੈ, ਜੋ ਸੇਵਾ ਦਾ ਫਲ ਬੰਦੇ ਦੇ ਪੱਲੇ ਆਇਆ ਹੁੰਦਾ ਹੈ, ਬੰਦਾ ਉਹ ਵੀ ਗਵਾ ਲੈਂਦਾ ਹੈ। ਇਸ ਕਰਕੇ ਪਹਿਲੀ ਗੱਲ ਤਾਂ ਇਹ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ, ਦੂਸਰੀ ਗੱਲ ਮਹਾਰਾਜ ਕਹਿੰਦੇ ਲਾਲਚ ਨੂੰ ਛੱਡੋ, ਅਤੇ ਤੀਸਰੀ ਗੱਲ ਉਸ ਚੀਜ਼ ਨੂੰ ਬਚਾ ਕੇ ਰੱਖਣਾ। ਮਾਲਕ ਦੇ ਅੱਗੇ ਅਰਦਾਸ ਕਰੀਏ ਉਹਨਾਂ ਰੱਬ ਦੇ ਪਿਆਰਿਆਂ ਦੇ ਸਾਨੂੰ ਦਰਸ਼ਨ ਹੁੰਦੇ ਰਹਿਣ, ਉਹ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿਣ, ਜਿਨ੍ਹਾਂ ਦੇ ਕਰਕੇ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹਿ ਪਤਿਤ ਉਦਾਰੀ ਹੈ। ਮੇਰੇ ਵਰਗਾ ਕਿਤੇ ਡਿੱਗਿਆ ਬੰਦਾ ਵੀ ਪਾਰ ਹੋ ਜਾਵੇ। ਨਾਨਕ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਇਹੋ ਜਿਹੇ ਪਿਆਰਿਆਂ ਦੀ ਸੰਗਤ ਬੜੀ ਜ਼ਰੂਰੀ ਹੈ, ਜਿਹੜੇ ਸਾਨੂੰ ਸੰਗਤ ਦੇ ਵਿੱਚੋਂ ਮਿਲ ਜਾਣ, ਬਾਹਰ ਮਿਲ ਜਾਣ, ਬਸ ਉਹਨਾਂ ਦੇ ਕਰਕੇ ਅਸੀਂ ਤੁਰੇ ਰਹੀਏ, ਜ਼ਿੰਦਗੀ ਦੇ ਵਿੱਚ ਅੱਗੇ ਚੱਲੀਏ। ਭਾਗ ਹੋਣ 'ਤੇ ਉਹ ਸੰਗਤ ਮਿਲਦੀ ਹੈ, ਭਾਗ ਹੋਣ 'ਤੇ ਉਹਨਾਂ ਦੇ ਚਰਨਾਂ ਦੀ ਧੂੜ ਮਿਲਦੀ ਹੈ। ਅਸੀਂ ਨਿਮਰਤਾ ਦੇ ਵਿੱਚ ਆਉਂਦੇ ਹਾਂ। ਦਾਤਾਰ ਕਿਰਪਾ ਕਰੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।